ਭਰਗਾ ਨੰਦ ਦਾ ਨੋਵਲ ਹੈ ਨਦੀ ਵਰਗੀ ਕੁੜੀ। ਪਾਠ 16ਵਾਂ। ਕੁਛ ਲੈਣ ਖੱਟਣ ਖਾਤਰ ਮੂਰੇ ਰਹੋ, ਹੱਥੋਂ ਦੇਵੋ ਕੁਛ ਨਾ। ਸਮਾਜ ਵਿੱਚ ਅਜਿਹਾ ਨਹੀਂ ਚੱਲਦਾ। ਕੁਛ ਹਾਸਲ ਕਰਨ ਲਈ ਕੁਝ ਦੇਣਾ ਪੈਂਦਾ ਹੈ। ਆਦਰ ਵੱਟੇ ਆਦਰ, ਪਿਆਰ ਵੱਟੇ ਪਿਆਰ ਵਟਾਓ। ਜ਼ਮਾਨੇ ਦਾ ਇਹੋ ਦਸਤੂਰ ਹੈ। ਮਾਹੀ ਅਜਿਹਾ ਕਰਨਾ ਚਾਹੁੰਦੀ ਸੀ। ਸ਼ੁਰੂ ਕਿੱਥੋਂ ਕੀਤਾ ਜਾਵੇ? ਇਸ ਤੋਂ ਪਹਿਲਾਂ ਕਿਸੇ ਨੂੰ ਜਾਣਦੀ ਤੱਕ ਨਹੀਂ ਸੀ। ਪਿੰਡ 'ਚ ਕਿਸੇ ਨਾਲ ਸਹਿਚਾਰ ਨਹੀਂ ਸੀ ਬਣਿਆ। ਵੈਦ ਬਾਬੇ ਤੋਂ ਸ਼ੁਰੂ ਕਰ ਸਕਦੀ ਸੀ। ਹਟਬਾਣੀਆਂ ਜਾਂ ਜਰਗਰ ਵੀ ਚੰਗੇ ਹੋ ਸਕਦੇ ਸਨ। ਇਹ ਇਲਾਕੇ ਤੇ ਪਿੰਡ ਦੇ ਭੇਤੀ ਵੀ ਸਨ। ਦਰਸ਼ਨ ਸਹਿਯੋਗੀ ਜ਼ਰੂਰ ਸੀ, ਪਰ ਸੀ ਬਾਹਰਲਾ। ਨਾਲੇ ਪਿੰਡ ਨਾਲ ਦੋਸਤੀ ਐਵੇਂ ਇੱਕ ਦਿਨ 'ਚ ਤਾਂ ਨਹੀਂ ਸੀ ਉਗ ਪੈਣੀ। ਸਾਂਝ ਵਿਰੋਧ ਬਣਦਿਆਂ ਬਣਨਗੇ। ਉਦੋਂ ਖਾਦੀ ਗ੍ਰਾਮ ਉਦਯੋਗ, ਜਿਹਨੂੰ ਲੋਕ ਆਪਣੀ ਬੋਲੀ 'ਚ ਖੱਦਰ ਭੰਡਾਰ ਆਖਦੇ ਸਨ, ਲੋਕ ਖਿੱਚ ਦਾ ਕੇਂਦਰ ਬਣ ਰਹੇ ਸਨ। ਲੋਕਾਂ ਨੂੰ ਘਰੇਲੂ ਦਸਤਕਾਰੀ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ ਸਰਕਾਰੀ ਸੀ। ਖੱਦਰ, ਖੇਸ, ਦਰੀਆਂ, ਫੁਲਕਾਰੀਆਂ, ਨਾਲੇ ਪੱਖੀਆਂ, ਝੋਲੇ ਆਦਿ ਦੇ ਨਾਲ ਮਹੀਨ ਕੱਪੜਾ ਬੁਣਨ ਲਈ ਮਦਦ ਮਿਲਦੀ ਸੀ। ਤਿਆਰ ਕੀਤਾ ਮਾਲ ਖਰੀਦ ਵੀ ਲਿਆ ਜਾਂਦਾ। ਮਾਹੀ ਲਈ ਇਹ ਪਿਤਾ ਪੁਰਖੀ ਕੰਮ ਸੀ। ਖੱਡੀ ਦੀ ਕਾਰੀਗਰੀ ਉਹਦੇ ਹੱਥਾਂ 'ਚ ਰਚੀ ਹੋਈ ਸੀ। ਲੋੜੀਂਦਾ ਸਮਾਨ ਇਕੱਤਰ ਕਰ ਲਿਆ, ਆਪਣਾ ਰੁਝੇਵਾਂ ਵਿੱਢ ਲਿਆ। ਸ਼ੁਰੂ 'ਚ ਕੁਝ ਔਕੜਾਂ ਆਈਆਂ, ਭੱਜ ਨੱਠ ਕਰਨੀ ਪਈ। ਖੱਦਰ ਭੰਡਾਰ ਨਾਲ ਰਾਬਤਾ ਬਣਨ ਤੇ ਹੋਰ ਆਸਾਨ ਹੋ ਗਿਆ। ਕੱਚੀ ਕੋਠੜੀ ਘਰੇਲੂ ਉਦਯੋਗ ਦਾ ਰੂਪ ਧਾਰ ਗਈ। ਪਿੰਡਾਂ 'ਚ ਇਹ ਕੰਮ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਪਹਿਲਾਂ ਤੋਂ ਚੱਲਦਾ ਸੀ। ਜ਼ਿਆਦਾਤਰ ਕੁੜੀਆਂ ਆਪਣਾ ਦਾਜ ਆਪ ਤਿਆਰ ਕਰਦੀਆਂ। ਇਸੇ ਬਹਾਨੇ ਇਕੱਠੀਆਂ ਹੋਣ ਦਾ ਮੌਕਾ ਮਿਲਦਾ। ਸਾਡੇ ਤੀਆਂ, ਤ੍ਰਿੰਜਣ ਆਦਿ ਤਿੱਥ ਤਿਉਹਾਰ ਇਸੇ ਸੱਭਿਆਚਾਰ ਦੀ ਉਪਜ ਤਾਂ ਹਨ। ਮਾਹੀ ਹੁਨਰਮੰਦ ਕਾਰੀਗਰ ਸੀ। ਕਲਾ ਦੀਆਂ ਬਰੀਕੀਆਂ ਸਿੱਖਣ ਲਈ ਤੀਵੀਆਂ ਦਾ ਆਉਣ ਜਾਣ ਸ਼ੁਰੂ ਹੋਇਆ। ਇਸ ਮੇਲ ਮਿਲਾਪ ਨਾਲ ਖਬਰੇ ਕਿਹੋ ਜਿਹੀ ਹੋ ਦਾ ਸੰਸਾ ਲਗਭਗ ਚੁੱਕਿਆ ਗਿਆ। ਹੌਲੀ ਹੌਲੀ ਦੁਖਿਆਰੀ ਭਲੀ ਮਾਨਸ ਦਾ ਪ੍ਰਭਾਵ ਫੈਲ ਗਿਆ। ਕਾਤਲ, ਲੁੱਚੀ, ਲੰਡੀ ਆਦਿ ਆਖਣ ਵਾਲਿਆਂ ਦਾ ਮੂੰਹ ਆਪਣੇ ਆਪ ਬੰਦ ਹੋ ਗਿਆ। ਹੁਣ ਮਾਂ-ਬਾਪ ਆਪਣੀ ਧੀ ਭੈਣ ਨੂੰ ਮਾਹੀ ਦੇ ਘਰ ਭੇਜਣ ਦਾ ਵਹਿਮ ਨਾ ਕਰਦੇ। ਭਾਵੇਂ ਅੱਧੀ ਰਾਤ ਤੱਕ ਬੈਠੀਆਂ ਰਹਿਣ। ਲੋਕਾਂ 'ਚ ਬਣੀ ਭੱਲ ਨੇ ਮਾਹੀ ਲਈ ਪਿੰਡ ਵਿੱਚ ਇੱਕ ਸੁਰ ਹੋ ਕੇ ਵਿਚਰਨ, ਆਦਰ ਪਿਆਰ ਵੰਡਾਉਣ ਦਾ ਰਾਹ ਆਸਾਨ ਕਰ ਦਿੱਤਾ। ਮੇਲਾ ਵੱਜ ਜਾਂਦਾ ਜਦੋਂ ਤਾਣਾ ਤਣਦੀਆਂ ਨੱਡੀਆਂ ਮਟਕ ਚਾਲ ਤੁਰਦੀਆਂ, ਜਦੋਂ ਊਰੀਆਂ ਦਾ ਝੂਮਰ ਪੈਂਦਾ, ਹੱਥਾਂ 'ਚ ਟੇਰਨ ਮੋਰ ਪਾਇਲ ਪਾਉਂਦੇ, ਚਰਖਿਆਂ ਦੀਆਂ ਘੂਕਾਂ ਦਾ ਸਮੂਹ ਗਾਨ ਜਵਾਨ ਉਮੰਗਾਂ ਦੇ ਤਰਾਨੇ ਛੇੜਦਾ। ਮਸਤ ਅਲਬੇਲੀਆਂ ਵਿਆਹੀਆਂ ਕੁਆਰੀਆਂ ਨੱਡੀਆਂ ਗਾਉਂਦੀਆਂ, ਨੱਚਦੀਆਂ, ਚਿਹੇੜ ਮਸ਼ਕਰੀਆਂ ਕਰਦੀਆਂ, ਸਮੇਂ ਨੂੰ ਟਿੱਚ ਕਰਕੇ ਜਾਣਦੀਆਂ। ਦੇਖ ਕੇ ਮਾਹੀ ਨੂੰ ਆਪਣਾ ਬੀਤਿਆ ਔਖਾ ਕੱਲ ਭੁੱਲ ਜਾਂਦਾ। ਦੂਜਿਆਂ ਨੂੰ ਖੁਸ਼ ਦੇਖ ਕੇ ਹਰੀ ਹੋ ਜਾਂਦੀ। ਸ਼ਾਲਾ ਇਹ ਮੇਲਾ ਇਸੇ ਤਰ੍ਹਾਂ ਬਣਿਆ ਫੱਬਿਆ ਰਹੇ। ਇਸ ਕੰਮ ਲਈ ਇੱਕ ਕੋਠੜੀ ਨਾਲ ਪੂਰਾ ਨਹੀਂ ਪੈਂਦਾ ਸੀ। ਇੱਕ ਲੰਬਾ ਚੌੜਾ ਸੁਆਦ ਵਰਗਾ ਵਰਾਂਡਾ ਹੋਰ ਛੱਤਣਾ ਪਿਆ। ਉਂਝ ਅਸਲ ਮੇਲਾ ਦੂਰ ਦੂਰ ਤੱਕ ਬਾਹਾਂ ਫਲਾਈ ਖੜੇ ਵਣ, ਨਿੰਮ ਤੇ ਬੇਰੀ ਦੀ ਸੰਘਣੀ ਛਾਂ ਹੇਠਾਂ ਲੱਗਦਾ। ਇੱਥੇ ਛੋਪ ਕੱਤੇ ਜਾਂਦੇ, ਕਿੱਕਲੀ ਪੈਂਦੀ, ਮਾਹੀਏ ਗਾਏ ਜਾਂਦੇ, ਪੀਚੋ ਬੱਕਰੀ, ਭੰਡਾ ਭੰਡਾਰੀਆ ਖੇਡਿਆ ਜਾਂਦਾ। ਮਾਹੀ ਮੁਤਾਬਕ ਨੈਸ਼ ਘਰ ਨੂੰ ਹੁਣ ਰੰਗ ਭਾਗ ਲੱਗੇ ਨੇ, ਪਰ ਜਰਵਾਣਿਆਂ ਦੇ ਦਿੱਤੇ ਬੇਪਨਾਹ ਦਰਦ ਉਹਦੀ ਜ਼ਿੰਦਗੀ ਨੂੰ ਹਨੇਰਾ ਕਰ ਗਏ ਸਨ, ਜਿਹਨੂੰ ਚਾਨਣ ਹਾਲੀ ਦਰਕਾਰ ਸੀ। ਮਾਹੀ ਲਈ ਇਹੋ ਜਿਹਾ ਮਾਹੌਲ ਸਿਰਜਣ ਲਈ ਬੜੀ ਮੁਸ਼ੱਕਤ ਤੇ ਸਬਰ ਦੀ ਜ਼ਰੂਰਤ ਸੀ, ਜਿਹਨੂੰ ਪੱਲੇ ਬੰਨ੍ਹ ਕੇ ਪਿੰਡ ਦੀਆਂ ਕਈ ਲਾਣੇਦਾਰ ਬੁੜੀਆਂ ਤੇ ਚੌਧਰੀ ਪਰਿਵਾਰ ਦੀਆਂ ਸੁਚੱਜੀਆਂ ਔਰਤਾਂ ਦਾ ਵਿਸ਼ਵਾਸ ਤੇ ਹਮਦਰਦੀ ਜਿੱਤਣੀ ਪਈ। ਤਪੱਸਿਆ ਵਰਗਾ ਕੰਮ ਸੀ। ਇੱਕ ਗੱਲ ਹੈ ਕਿ ਮਾਈਆਂ ਰੱਬ ਰਜਾਈਆਂ ਹੁੰਦੀਆਂ ਹਨ। ਇੱਕ ਵਾਰ ਇਹਨਾਂ ਦੇ ਮਨ 'ਚ ਸੱਚ ਨਿੱਤਰ ਪਵੇ ਤਾਂ ਮਾਹੀ ਵਰਗੀ ਬਦਨਾਮ ਜਾਂ ਮਾੜੀ ਕਹੀ ਜਾਣ ਵਾਲੀ ਕੁੜੀ ਦੇ ਅੰਗ ਸੰਗ ਰੱਬ ਬਣ ਕੇ ਖੜੀਆਂ ਹਨ। ਮਾਹੀ ਨਾਲ ਰੱਬ ਬਣ ਕੇ ਖੜਨ ਵਾਲੀਆਂ 'ਚ ਨੰਬਰਦਾਰਾਂ ਦੇ ਵੱਡੇ ਲਾਣੇ ਦੀ ਅੰਬੋ, ਆਤਮ ਕੌਰ, ਆਤੀ ਤੇ ਪੱਦੀ ਸਰਪੰਚ ਦੀ ਘਰ ਵਾਲੀ ਰਾਮ ਪਿਆਰੀ ਪ੍ਰਮੁੱਖ ਸਨ। ਮਾਹੀ ਦਾ ਸਹਾਰਾ ਬਣਨ ਦੇ ਨਾਲ ਨਾਲ ਇਹਨਾਂ ਦਾ ਪਿੰਡ 'ਚ ਦਬਦਬਾ ਬਹੁਤ ਸੀ। ਫਿਰ ਜਬ ਸਈਆਂ ਭਏ ਕੋਤਵਾਲ ਤੋਂ ਡਰ ਕਾਹੇ ਕਾ। ਮਾਹੀ ਚੰਗੀ ਸੀ ਜਾਂ ਬੁਰੀ, ਇਹ ਲੋਕ ਪੜਚੋਲ ਦਾ ਵਿਸ਼ਾ ਸੀ। ਵਿਅਕਤੀ ਦਾ ਸਮਾਜਪਤੀ ਰਵੱਈਆ, ਨਜ਼ਰੀਆ ਕਿਹੋ ਜਿਹਾ, ਇਹ ਅਹਿਮੀਅਤ ਵਾਲੀ ਗੱਲ ਸੀ। ਮਾਹੀ ਨੇ ਸਮਾਜ ਦਾ ਕੁਝ ਵਿਗਾੜਿਆ ਨਹੀਂ ਸੀ, ਸਗੋਂ ਬੁਰਾਈ ਦਾ ਅੰਤ ਕਰਨ ਵਾਲਾ ਦਲੇਰਾਨਾ ਕੰਮ ਕੀਤਾ। ਲੋਕਾਂ ਅਨੁਸਾਰ ਜੋ ਉਦੋਂ ਕੀਤਾ ਉਹ ਵੀ ਠੀਕ ਸੀ, ਤੇ ਜੋ ਹੁਣ ਕਰ ਰਹੀ ਹੈ ਉਹ ਵੀ ਠੀਕ ਹੈ। ਮਾਹੀ ਲਈ ਬਣੀ ਇਹ ਧਾਰਨਾ ਬਹੁਤ ਹੱਦ ਤੱਕ ਤਸੱਲੀ ਬਖਸ਼, ਹੌਸਲਾ ਵਧਾਊ ਸੀ। ਵੇ ਚਰਖਾ ਮੈਂ ਕੱਤਦੀ, ਤੇਰੇ ਨਾਮ ਦੇ ਗਲੋਟੇ ਲਾਹਾਂ। ਪਾਠ 17ਵਾਂ। ਪਿੰਡ 'ਚ
ਇੱਕੋ ਟੋਭਾ ਸੀ, ਖਿਦਰੂ ਕੀ ਢਾਬ। ਲਗਾਤਾਰ ਵਰ੍ਹਿਆਂ ਤੋਂ ਜਮ੍ਹਾਂ ਹੋ ਰਹੀ ਗਾਦ ਕਾਰਨ ਡੂੰਘਾਈ ਘਟ ਗਈ। ਪਾਣੀ ਬਹੁਤ ਘੱਟ ਜਮ੍ਹਾਂ ਹੁੰਦਾ। ਐਤਕੀ ਕਰਸਾਹ 'ਚ ਬਿਲਕੁਲ ਸੁੱਕ ਗਿਆ। ਵਿਚਾਲੇ ਇੱਕ ਟੋਏ ਦੀ ਛੱਪੜੀ ਜਿਹੀ ਰਹਿ ਗਈ। ਪਾਣੀ ਨਹੀਂ ਸੀ, ਗਾਰੇ ਦਾ ਰਿਬਦੜ ਰਹਿ ਗਿਆ। ਡੰਗਰ ਤਿਹਾਈ ਸੁੱਕੇ ਪਿੰਡੇ ਵਾਪਸ ਮੁੜਦੇ। ਨਹਿਰਬੰਦੀ ਕਰਕੇ ਕੱਸੀ ਵੀ ਸੁੱਕੀ ਪਈ ਸੀ। ਕੁੜੀਆਂ ਚਿੜੀਆਂ ਲਈ ਨਵੀਂ ਸਮੱਸਿਆ ਖੜੀ ਹੋ ਗਈ। ਗੁੱਡੀ ਫੂਕਣ ਕਿੱਥੇ ਜਾਣ? ਜੇ ਗੁੱਡੀ ਨਾ ਫੂਕਣ ਤਾਂ ਰੱਬ ਮੀਂਹ ਕਿਵੇਂ ਪਾਵੇ? ਆਖਰ ਰੱਬ ਨੂੰ ਇਹ ਸੁਨੇਹਾ ਭੇਜਣਾ ਹੁੰਦਾ ਹੈ, ਹੇ ਰੱਬ ਜੀ, ਹੁਣ ਤਾਂ ਤਪਾ ਤੇ ਜੀ ਜੰਤ ਪਾਪ ਹੋਰਾ ਮੀਂਹ ਦਾ। ਅਸਲ ਮੀਂਹ ਤਾਂ ਕਰਦੇ ਜਲ ਥਲ। ਕਹਿੰਦੇ ਰੱਬ ਕੰਜਕਾਂ ਦੀ ਫਰਿਆਦ ਬੜੀ ਛੇਤੀ ਸੁਣਦਾ ਹੈ। ਮਾਹੀ ਵੈਦ ਬਾਬੇ ਕੋਲ ਗਈ। ਪਿੰਡ ਦੇ 94 ਬੰਦਿਆਂ ਦਾ ਇਕੱਠ ਬੁਲਾ ਲਿਆ। ਬਾਬੇ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਸਲਾਹ ਮਸ਼ਵਰੇ ਤੋਂ ਬਾਅਦ ਰਾਏ ਬਣੀ, ਮੂਹਰੇ ਲੱਗੋ, ਕੁਛ ਢਾਲ ਇਕੱਠੀ ਕਰੋ, ਘਿਓ ਦੁੱਧ ਦੀ ਗਜਾ ਕਰ ਲਿਆ ਕਰਾਂਗੇ। ਜੇ ਕੰਮ ਅੜ ਗਿਆ ਤਾਂ ਮਾਹੀ ਚਾਹੇ ਕਿਤੋਂ ਘਰ ਪੂਰਾ ਕਰੇ, ਪੈਸੇ ਕੰਨੀਓ ਕੰਮ ਨਾ ਰੋਕੇ। ਇਹ ਤੋਂ ਪਹਿਲਾਂ ਸਰਪੰਚ ਇਸ ਤੀਵੀਂ ਨੂੰ ਐਵੇਂ ਠਾਂਗਰ ਸਮਝੀ ਬੈਠਾ ਸੀ। ਇਹ ਤਾਂ ਬੜੀ ਕੰਮ ਦੀ ਨਿਕਲੀ। ਦਰਅਸਲ ਸਰਪੰਚ ਆਪ ਸਰਪੰਚ ਘੱਟ ਸੀ, ਖੜਪੰਚ ਜ਼ਿਆਦਾ ਸੀ। ਉਪਰੀ ਤੀਵੀਂ ਦੇਖੀ ਨਹੀਂ, ਮਰਨ ਵਾਲਾ ਹੋਇਆ ਨਹੀਂ। ਮੂੰਹ 'ਚ ਪਾਣੀ ਆ ਜਾਂਦਾ। ਪੂਰਾ ਮਿੱਠਾ, ਲੁੱਚਾ, ਭੂੰਡ ਆਸ਼ਕ। ਆਪਣੀ ਉਮਰ ਦਾ ਵੀ ਖਿਆਲ ਨਾ ਰੱਖਦਾ ਤੇ ਨਾ ਆਪਣੇ ਸਿਉਨੇ ਵਰਗੇ ਟੱਬਰ ਦਾ। ਭਾਵੇਂ ਮਰਿਆੜ ਵਰਗੇ ਮੂੰਹ ਸਿਰ ਵਾਲੇ ਗਿੱਠ ਮੁੱਠੀਏ ਤੋਂ ਤੀਵੀਂ ਕਦੇ ਕਾਬੂ ਨਹੀਂ ਸੀ ਆਉਂਦੀ। ਕੇਵਲ ਆਸ਼ਕੀ ਦਾ ਝੱਸ ਪੂਰਾ ਕਰਨ ਲਈ ਹਰ ਹੀਲਾ ਵਸੀਲਾ ਵਰਤਦਾ। ਮਾਹੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਅਰਥ ਉਹਨੇ ਇਸੇ ਰੂਪ 'ਚ ਕੱਢ ਲਿਆ ਸੀ। ਖੈਰ, ਢਾਬ ਡੂੰਘੀ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ। ਖਿਦਰੂ ਕੀ ਢਾਬ ਉੱਪਰ ਫੌਜਾਂ ਨੇ ਪੜਾ ਪਾ ਲਿਆ। ਪਿੰਡ ਦੀ ਸਮੂਹਕ ਭਾਗੀਦਾਰੀ ਤਹਿਤ ਬਹਿੰਗੀਆਂ, ਟੋਕਰੇ, ਤਾਂਸਲੇ, ਕਈਆਂ ਆਦਿ ਨੇ ਛੈਬਰ ਲਾਤੀ। 4 ਕੁ ਦਿਨਾਂ ਦੇ ਸਮੁੱਚੇ ਉਤਸ਼ਾਹ ਤੇ ਬਲ ਨੇ ਟੋਭੇ ਦਾ ਥੱਲਾ ਨੀਵਾਂ ਤੇ ਚੌੜਾ ਕਰ ਲਿਆ। ਢਾਬ ਦੇ ਇੱਕ ਪਾਸੇ ਦਰਖਤਾਂ ਦੇ ਨਾਲ ਦੂਰ ਤੱਕ ਬਿਲਕੁਲ ਉੱਚੇ ਚੌਂਤਰੇ ਦਾ ਨਿਰਮਾਣ ਕਰ ਲਿਆ। ਢਾਬ ਦੀ ਚੀਕਣੀ ਮਿੱਟੀ ਸੀਮੈਂਟ ਵਾਂਗ ਜੰਮ ਗਈ। ਵੈਦ ਬਾਬੇ ਦੀਆਂ ਛੱਪਰੀਆਂ ਉੱਚੀਆਂ ਚੁੱਕਣੀਆਂ ਪੈ ਗਈਆਂ। ਕੁਟੀਆ ਸਮੇਤ ਵਿਸ਼ਾਲ ਫੈਲਾਅ ਵਾਲੇ ਦਰਖਤਾਂ ਦੀ ਉਚਾਈ ਤੇ ਉੱਚੇ ਉਸਾਰੇ ਗਏ ਮਿੱਟੀ ਦੇ ਥੜੇ ਦੀ ਦਿੱਖ ਕਿਸੇ ਯੋਗੀ ਦੇ ਟਿੱਲੇ ਵਰਗੀ ਪਹਾੜੀ ਵਾਂਗ ਲੱਗਣ ਲੱਗ ਪਈ। ਲੰਗਰ ਪਾਣੀ ਲਈ ਪ੍ਰਸ਼ਾਦੇ ਘਰਾਂ 'ਚੋਂ ਪਕਵਾ ਕੇ ਟੋਕਰਿਆਂ 'ਚ ਢੋਏ ਜਾਂਦੇ। ਦਾਲ ਦਾ ਦੇਗਾ ਤਿਆਰ ਕਰਨ ਲਈ ਚੀਕੂ ਨਾਈ ਦੀ ਪੱਕੀ ਡਿਊਟੀ ਲੱਗੀ ਸੀ। ਉਂਝੇ ਵੇਲੇ ਕੁ ਵੇਲੇ ਪਿੰਡ ਵਿਚਲਾ ਨਿੱਕਾ ਮੋਟਾ ਹਲਵਾਈ ਪੁਣੇ ਦਾ ਕੰਮ ਵੀ ਸਾਰ ਦਿੰਦਾ ਹੁੰਦਾ ਸੀ। ਦੁੱਧ ਦਾ ਭੰਡਾਰਾ ਆਮ ਵਰਤਦਾ। ਨੰਬਰਦਾਰਾਂ ਦੇ ਠੁੱਲੇ ਨੇ ਪਹਿਲੇ ਦਿਨ ਸ਼ੱਕਰ ਘਿਓ ਦੀ ਰੋਟੀ ਕਾਹਦੀ ਕੀਤੀ। ਰੀਸ 'ਚ ਲਾਲਾ ਢੇਰੂ ਮਲ ਨੂੰ ਜਲੇਬੀਆਂ ਤੇ ਬਾਲਕ ਰਾਮ ਜਰਗਰ ਨੂੰ ਲੱਡੂਆਂ ਦਾ ਜੱਗ ਕਰਨਾ ਪਿਆ। ਇਸ ਤਰ੍ਹਾਂ ਉਸਾਰੀ ਦੇ ਨਾਲ ਮੇਲੇ ਦੀ ਸ਼ਕਲ 'ਚ ਖੁਸ਼ੀਆਂ, ਹਾਸੇ, ਠੱਠੇ ਵੰਡਦਾ ਜਗਤ ਤਮਾਸ਼ਾ ਬੇਜੋੜ ਮਿਲ ਵਰਤਨ ਦੀ ਮਿਸਾਲ ਹੋ ਨਿਬੜਿਆ, ਜਿਸ 'ਚ ਹਰ ਨਿੱਕੇ ਤੋਂ ਬਜ਼ੁਰਗ ਤੱਕ ਨੇ ਯਥਾ ਸਮਰੱਥਾ ਯੋਗਦਾਨ ਪਾਇਆ। ਮਾਈ ਆਤਮ ਕੌਰ ਦੀ ਅਗਵਾਈ 'ਚ ਮਾਹੀ ਰਾਮ ਪਿਆਰੀ ਹੋਰਿਆਂ ਦੇ ਇਸਤਰੀ ਜਥੇ ਨੇ ਘਰਾਂ 'ਚੋਂ ਪ੍ਰਸ਼ਾਦੇ, ਦੁੱਧ ਤੇ ਹੋਰ ਨਿੱਕ ਸੁੱਕ ਦੀ ਢੋਆ-ਢੁਆਈ ਤੋਂ ਇਲਾਵਾ ਜਲ ਪਾਣੀ ਦੀ ਸੇਵਾ ਤੇ ਭੰਡਾਰਾ ਵਰਤਾਵੀਆਂ ਦਾ ਕੰਮ ਸੰਭਾਲੀ ਰੱਖਿਆ। ਸਾਰਾ ਕੰਮ ਸੁਚੱਜੇ ਢੰਗ ਨਾਲ ਸਿਰੇ ਚੜ ਗਿਆ। ਇਸ ਕਾਰਜ ਦੀ ਆਗੂ ਪੰਚਾਇਤ ਨੇ ਹਿਸਾਬ ਕਿਤਾਬ ਲਾ ਕੇ ਆਮਦਨ ਖਰਚੇ ਦਾ ਜੋੜ ਘਟਾਓ ਕੀਤਾ ਤਾਂ ਪਤਾ ਚੱਲਿਆ ਕਿ ਸਾਰਾ ਪਿੰਡ ਵਿੱਚੋਂ ਕੀਤੀ ਉਗਰਾਹੀ ਨਾਲ ਹੀ ਸਰ ਗਿਆ ਸੀ। ਇਸ ਵਿੱਚ ਮਾਹੀ ਨੂੰ ਕੋਈ ਖਰਚਾ ਕਰਨ ਦੀ ਲੋੜ ਹੀ ਨਾ ਪਈ। ਅੱਜ ਕੱਸੀ ਪਾਣੀ ਨਾਲ ਭਰੀ ਵਗ ਰਹੀ ਸੀ। ਹਰ ਸਾਲ ਦੀ ਤਰ੍ਹਾਂ ਇਸੇ ਥਾਂ ਤੋਂ ਫੇਰ ਪਾੜ ਪੈ ਗਿਆ। ਸਾਰੀ ਰਾਤ ਤੇ ਅਗਲਾ ਸਾਰਾ ਦਿਨ ਢਾਬ 'ਚ ਪਾਣੀ ਪੈਂਦਾ ਰਿਹਾ। ਨਹਿਰੀ ਮਹਿਕਮੇ ਦੇ ਅਫਸਰ ਤੇ ਮੇਟ ਭਲਾ ਪਾੜ ਕਿਵੇਂ ਪੂਰਨ? ਪਿੰਡ ਦੇ ਲੋਕ ਆਖਣ ਫਿਰੀ ਜਾਣਦੇ ਇਹਨਾਂ ਸੁਥਰੀਆਂ ਜੀਆਂ ਵਾਲੇ ਮੇਟਾਂ ਮੂਟਾਂ ਨੂੰ। ਮਸਾਂ ਸੂਆ ਟੁੱਟਿਆ, ਹਾਲੇ ਪੈ ਲੈਣ ਦੇ ਹੋਰ ਪਾਣੀ। ਪਾੜ ਦਾ ਕੀ ਹੈ, ਜਦੋਂ ਮਰਜ਼ੀ ਮੁੰਦ ਦਿਆਂਗੇ। ਢਾਬ ਤਾਰੀਆਂ ਬੋਲਣ ਲੱਗ ਪਈ ਤਾਂ ਕਿਤੇ ਜਾ ਕੇ ਪਿੰਡ ਵਾਲਿਆਂ ਨੇ ਪਾੜ ਬੰਦ ਕੀਤਾ। ਦਰਸ਼ਨ, ਜਿਹੜਾ ਇਸ ਵੇਲੇ ਮਾਹੀ ਦਾ ਖਜ਼ਾਨਚੀ ਵੀ ਸੀ ਤੇ ਮੁਨੀਮ ਵੀ, ਨੇ ਮਾਹੀ ਨਾਲ ਸਲਾਹ ਕੀਤੀ, ਇਸ ਪੈਸੇ ਦਾ ਕੀ ਕਰੀਏ? ਪਾਪ ਦੀ ਕਮਾਈ ਤਾਂ ਉਵੇਂ ਪਈ ਰਹਿ ਗਈ। ਪੁੰਨ ਦੀ ਥਾਂ ਤੇ ਧੇਲਾ ਵੀ ਖਰਚ ਨਹੀਂ ਹੋਇਆ। ਮਾਹੀ ਨੇ ਵੈਦ ਬਾਬੇ ਦੀ ਰਾਏ ਜਾਣਨੀ ਚਾਹੀ। ਪਿੰਡ 'ਚ ਮਿੱਠੇ ਪਾਣੀ ਵਾਲਾ ਕੋਈ ਖੂਹ ਨਹੀਂ ਜਿਹੜਾ ਸਾਂਝਾ ਹੋਵੇ। ਪਾਣੀ ਦੀ ਦਿੱਕਤ ਸਭ ਨੂੰ ਆ, ਖੂਹ ਲਗਵਾ ਦਿਓ। ਏਦੂ ਵੱਡਾ ਕੋਈ ਪੁੰਨ ਵੀ ਨਹੀਂ। ਬਾਬੇ ਦੀ ਸਲਾਹ ਜੱਚ ਗਈ। ਦਰਸ਼ਨ ਨੇ ਨਵਾਂ ਐਲਾਨ ਕਰਤਾ ਵੀ ਐਸੇ ਫਿਰਨੀ ਦੇ ਢਾਬ ਵਾਲੇ ਦਰਖਤਾਂ ਤੋਂ ਉਰਲੇ ਪਾਰ ਜੇ ਪਿੰਡ ਵਾਲੇ ਚਾਹੁਣ ਤਾਂ ਪੱਕਾ ਖੂਹ ਲਾਇਆ ਜਾਵੇ। ਸਾਰਾ ਖਰਚਾ ਮਾਹੀ ਦਾ। ਕਿਉਂ ਬਈ ਲੋਕੋ, ਮਾਹੀ ਦੀ ਸੁੱਖ ਮਨਜ਼ੂਰ? ਸਾਰੇ ਖੁਸ਼ੀ 'ਚ ਹਾਂ ਕਰਨ ਲੱਗੇ। ਚੰਗਾ, ਫਿਰ ਪਾੜ ਪੁੱਟਣ ਦਾ ਮਹੂਰਤ ਕਢਾਓ ਤੇ ਸ਼ੁਭ ਕਾਰਜ ਆਰੰਭ ਕਰੋ।
ਵੈਦ ਬਾਬੇ ਨੇ ਨਵੇਂ ਕਾਰਜ ਵੱਲ ਅੱਗੇ ਵਧਣ ਦਾ ਇਸ਼ਾਰਾ ਕੀਤਾ। ਦਰਸ਼ਨ ਇਸ਼ਾਰਾ ਪਾ ਕੇ ਪਿੰਡ ਗਿਆ। ਮਾਇਆ ਦਾ ਬੰਦੋਬਸਤ ਕਰਕੇ ਇੱਟਾਂ, ਸੀਮੈਂਟ, ਬਰੇਤੀ ਆਦਿ ਦੀ ਸਾਈ ਫੜਾ ਆਇਆ। ਇਹ ਤੋਂ ਪਹਿਲਾਂ ਕਿ ਲੋਕ ਨਵੇਂ ਖੂਹ ਲਈ ਪਾੜ ਪੁੱਟਣ ਦਾ ਕੰਮ ਸ਼ੁਰੂ ਕਰਨ, ਰੇਲੂ ਘੁਮਿਆਰ ਦੇ ਲਾਣੇ ਨੇ ਗਧੀਆਂ ਦੇ ਕਾਫਲੇ ਉੱਪਰ ਖੁਰਜੀਆਂ ਧਰਤੀਆਂ, ਥੜੇ ਹੇਠਾਂ ਫਿਰਨੀ ਦੇ ਨਾਲ ਇੱਟਾਂ ਦੇ ਚੱਠੇ ਲਾਤੇ। ਲੋਕ ਆਖਣ ਹੋਏ, ਇੰਨਾ ਸਮਾਨ ਕਿੱਥੋਂ ਆ ਗਿਆ? ਮਾਹੀ ਕੋਲੇ ਰਿਪੋਰਟ ਕਿੱਥੋਂ ਆਇਆ? ਕੁਟੀ ਵਾਲਾ ਬਾਬਾ, ਨੰਬਰਦਾਰਾਂ ਦੀ ਮਾਂ ਵਰਗੀਆਂ ਕਈ ਬੁੜੀਆਂ ਨੂੰ ਮਾਹੀ ਨੇ ਪਾਪ ਦੇ ਮਾਲ ਦਾ ਸਾਰਾ ਭੇਦ ਦਿੱਤਾ ਹੋਇਆ ਸੀ। ਉਹ ਆਖਦੀਆਂ, ਤੁਸੀਂ ਅੰਬ ਖਾਣ ਤੱਕ ਮਤਲਬ ਰੱਖੋ, ਅੰਬਾਂ ਦੇ ਦਰਖਤ ਗਿਣਨ ਦੀ ਕੀ ਲੋੜ? ਬਹੁਤਿਆਂ ਨੇ ਤਾਂ ਅੰਬ ਦੇ ਦਰਖਤ ਕਦੀ ਵੇਖੇ ਨਹੀਂ ਹੋਣੇ, ਇਸ ਲਈ ਉਹਨਾਂ ਨੂੰ ਇਸ ਕਹਾਵਤ ਦੀ ਸਮਝ ਨਾ ਪੈਂਦੀ। ਕੇਵਲ ਇੰਨਾ ਕੁ ਆਖਦੇ, ਓਏ ਗੱਲ ਸੱਚੀ ਹੈ, ਆਪਾਂ ਨੇ ਕੀ ਲੈਣਾ? ਐਵੇਂ ਆਲਤੂ ਫਾਲਤੂ ਗੱਲਾਂ ਕਰਕੇ ਕੇਰਾਂ ਖੂਹ ਤਾਂ ਲੱਗ ਲੈਣ ਦਿਓ, ਫਿਰ ਮੌਜਾਂ ਆਪਾਂ ਨਹੀਂ ਕਰਨੀਆਂ। ਦੁਪਹਿਰ ਤੱਕ ਖੂਹ ਦੇ ਪਾੜ ਦੀ ਨਿਸ਼ਾਨੀ ਲਾ ਕੇ ਹੇਠਾਂ ਪਾਣੀ ਸਿਮਣ ਤੱਕ ਵੱਡਾ ਕਾਰੀ ਟੋਆ ਪੁੱਟ ਦਿੱਤਾ। ਪਾੜ ਚੋਂ ਨਿਤਰਿਆ ਪਾਣੀ ਗੜਵੀਆਂ 'ਚ ਭਰ ਲਿਆਂਦਾ। ਕੁਆਰੀਆਂ ਕੰਜਕਾਂ ਨੂੰ ਚੂਲੀ ਪਾਣੀ ਪਿਆਇਆ ਗਿਆ। ਪੁੱਛਿਆ, ਕਿਉਂ ਪਾਣੀ ਮਿੱਠਾ ਹੈ? ਕੰਜਕਾਂ ਨੇ ਹਾਂ 'ਚ ਸਿਰ ਹਿਲਾਤਾ। ਕੁੜੀਆਂ ਨੇ ਆਖਤਾ, ਬਈ ਪਾਣੀ ਮਿੱਠਾ ਹੈ। ਇਹਨਾਂ ਸੁਣ ਕੇ ਪਿੰਡ ਦੀਆਂ ਨੂੰਹਾਂ ਬੁੜੀਆਂ ਦੀ ਲਾਈਨ ਲੱਗ ਗਈ ਕੰਜਕਾਂ ਦੇ ਪੈਰ ਪੂਜਣ ਵਾਸਤੇ। ਕਾਰੀਗਰ ਤਖਾਣਾ ਨੇ ਬੜੇ ਸਤਿਕਾਰ ਨਾਲ ਲੱਕੜ ਦਾ ਗੋਲ ਚੱਕ ਬਣਾ ਕੇ ਲਿਆ ਧਰਿਆ। ਚੱਕ ਦੀ ਪੂਜਾ ਹੋਈ। ਸਾਰਾ ਇਲਾਕਾ ਮੱਥਾ ਟੇਕਣ ਆਇਆ। ਪੈਸੇ, ਆਨੇ ਦਵਾਨੀਆਂ ਦਾ ਢੇਰ ਲੱਗ ਗਿਆ। ਰਵਾਇਤ ਅਨੁਸਾਰ ਖੂਹ ਦੇ ਚੱਕ ਨੂੰ ਖਵਾਜੇ ਪੀਰ ਦੇ ਦੂਤ ਵਜੋਂ ਮੰਨਿਆ ਜਾਂਦਾ, ਜੋ ਲੱਗਣ ਵਾਲੇ ਖੂਹ ਦੇ ਮਿੱਠੇ ਤੇ ਅਮੁੱਕ ਪਾਣੀ ਦੀ ਜਾਮਨੀ ਦਿੰਦਾ। ਦੇਸੀ ਘਿਓ ਦਾ ਦੀਵਾ ਬਾਲ ਕੇ ਚੱਪਣ 'ਚ ਮਗਦੇ ਅੰਗਿਆਰਿਆਂ ਉੱਪਰ ਦੇਸੀ ਘਿਓ ਤੇ ਗੁੱਗਲ ਦੀ ਧੂਫ ਦਿੱਤੀ ਜਾਂਦੀ ਹੈ। ਸਾਰਿਆਂ ਦੇ ਹੱਥ ਲਗਵਾ ਕੇ ਚੱਕ ਨੂੰ ਪਾੜ ਵਿੱਚ ਹੇਠਾਂ ਉਤਾਰਨ ਦੀ ਰਸਮ 5 ਪਿਆਰਿਆਂ ਦੇ ਹੱਥੋਂ ਕਰਵਾਈ ਜਾਂਦੀ ਹੈ। ਲੋਕ ਜਲ ਮਿਲਿਆ ਪਰਮੇਸ਼ਰ ਮਿਲਿਆ ਵਾਕ ਦਾ ਜਾਪ ਕਰਦੇ ਹਨ। ਖਵਾਜੇ ਦੇ ਪ੍ਰਸ਼ਾਦ ਵਜੋਂ ਮਿੱਠੇ ਚੌਲਾਂ, ਸੇਵੀਆਂ ਜਾਂ ਪਤਾਸਿਆਂ ਦਾ ਭੋਗ ਵੰਡਿਆ ਜਾਂਦਾ ਹੈ। ਇਸੇ ਚੱਕ ਨੂੰ ਆਧਾਰ ਬਣਾ ਕੇ ਖੂਹ ਦੀ ਚਿਣਾਈ ਕੀਤੀ ਗਈ। ਇਸ ਕੰਮ ਲਈ ਗੋਤਾਖੋਰੀ ਦਾ ਮਾਹਰ ਮਹਿਰਾ ਆਪਣਾ ਕਾਹਾ ਲੈ ਕੇ ਹੇਠਾਂ ਖੂਹ 'ਚ ਉਤਰਦਾ ਹੈ। ਚੱਕ ਹੇਠੋਂ ਬੜੀ ਸਾਵਧਾਨੀ ਨਾਲ ਗਾਰੇ ਮਿੱਟੀ ਦੇ ਕਹੇ ਭਰ ਉੱਪਰ ਵੱਲ ਭੇਜੀ ਜਾਂਦਾ ਹੈ। ਇਸ ਤਰ੍ਹਾਂ ਚੱਕ ਉਸਾਰੀ ਸਮੇਤ ਹੇਠਾਂ ਵੱਲ ਉਤਰਨਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਲੋਕ ਖੂਹ ਲਾਉਣਾ ਕਹਿੰਦੇ ਹਨ। ਜਿਉਂ-ਜਿਉਂ ਪਾਣੀ ਦਾ ਟੋਆ ਡੂੰਘਾ ਹੁੰਦਾ ਜਾਂਦਾ ਹੈ, ਖੂਹ ਦੀ ਗੋਲ ਚੱਕਰੀ ਕੰਧ ਹੇਠਾਂ ਵੱਲ ਜਾਂਦੀ। ਕਹੇ ਵਾਲੇ ਮਹਿਰੇ ਦਾ ਕੰਮ ਓਨਾ ਔਖਾ ਤੇ ਜੋਖਮ ਭਰਿਆ ਹੁੰਦਾ ਜਾਂਦਾ। ਖੂਹ ਲਾਉਣ 'ਚ ਕਈ ਦਿਨ ਲੱਗ ਗਏ। ਲੋੜੀਂਦੀ ਉਸਾਰੀ ਹੇਠਾਂ ਉਤਾਰਨ ਤੋਂ ਬਾਅਦ ਸਿੱਧੂ ਰਾਮ ਮਹਿਰਾ ਆਪਣੇ ਕਹੇ ਉੱਪਰ ਚੜ ਕੇ ਬਾਹਰ ਆ ਗਿਆ। ਲੋਕਾਂ ਖੁਸ਼ੀ ਮਨਾਈ, ਸੁੱਖ ਦਾ ਸਾਹ ਲਿਆ। ਧਰਤੀ ਹਮਾਰ ਤੋਂ ਲੱਕ ਤੱਕ ਉੱਚੀ ਮੌਣ ਬਣਾਈ ਗਈ। ਦੋ ਪਾਸਿਆਂ ਉੱਪਰ ਮੋਟੀਆਂ ਗਾਡਰੀਆਂ ਗੱਡ ਕੇ ਪੌਣੀਆਂ ਫਿੱਟ ਕਰਤੀਆਂ। ਆਲੇ ਦੁਆਲੇ ਫਰਸ਼ਾਂ ਖੇਲਾਂ ਦਾ ਕੰਮ ਬਾਅਦ 'ਚ ਹੁੰਦਾ ਰਿਹਾ। ਰਾਤ ਪੈਂਦਿਆਂ ਲੋਕ ਘਿਓ ਦੇ ਦੀਵੇ ਬਾਲ ਕੇ ਖੂਹ ਦੀ ਮੌਣ ਤੋਂ ਜਾ ਹੇਠਾਂ ਜਿੱਥੇ ਵੀ ਥਾਂ ਮਿਲੀ ਰੱਖ ਗਏ। ਲੋਕਾਂ ਲਈ ਸੱਚਮੁੱਚ ਅੱਜ ਦੀਵਾਲੀ ਦੀ ਰਾਤ ਸੀ। ਨਾਲ ਹੀ ਮਾਹੀ ਪ੍ਰਤੀ ਸ਼ੁਕਰਾਨਾ ਤੇ ਸਤਿਕਾਰ ਪ੍ਰਗਟ ਕਰਨ ਦੀ ਘੜੀ ਮਾਹੀ ਸਾਰੇ ਪਿੰਡ ਦੀ ਆਪਣੀ ਹੋ ਗਈ। ਪਿੰਡ ਦਾ ਮਾਣ ਤੇ ਆਬਰੂ ਤੱਕ ਆਪਣੀ। ਸੁਪਨਾ ਹੋ ਗਿਆ ਯਾਰਾ ਖੂਹ ਦੇ ਚੱਕ ਵਾਂਗ। ਪਾਠ 18ਵਾਂ। ਖੂਹ ਦਾ ਕੰਮ ਮੁਕੰਮਲ ਹੋ ਗਿਆ। ਦਰਸ਼ਨ ਨੂੰ ਖੋਤੜੇ ਆਇਆ ਕਈ ਦਿਨ ਲੰਘ ਗਏ। ਜਗਨਦਾਸ ਨਾਲ ਮੇਲ ਜੋਲ ਬਣ ਗਿਆ। ਦਰਸ਼ਨ ਬੋਲ ਚਾਲਦਾ ਖੁੱਲਾ ਸੀ ਤੇ ਬਾਬਾ ਜ਼ਿਆਦਾ ਚੁੱਪ ਕੀਤੇ ਸੁਭਾਅ ਦਾ। ਲੋਕਾਂ ਭਾਵੇਂ ਬਾਬੇ ਦੇ ਦਿਲ ਅੰਦਰ ਕੋਈ ਗੱਠ ਸੀ ਜੋ ਖੋਲ ਕੇ ਨਹੀਂ ਦਿਖਾਉਂਦਾ ਸੀ, ਪਰ ਉਪਕਾਰੀ ਜੀਵ ਸੀ। ਸੰਤੋਸ਼ੀ ਸੁਭਾਅ ਦਾ, ਦਵਾਈ ਬੂਟੀ ਦਾ ਖਰਚਾ ਲੈਂਦਾ, ਵੱਧ ਪੈਸੇ ਝਾੜ ਕੇ ਲੋਕਾਂ ਨੂੰ ਲੁੱਟਦਾ ਨਹੀਂ ਸੀ। ਇਸੇ ਲਈ ਉਹਦਾ ਆਪਣਾ ਗੁਜ਼ਾਰਾ ਚੰਗਾ ਹੋਈ ਜਾਂਦਾ। ਦਰਸ਼ਨ ਨੂੰ ਬਾਬੇ ਦਾ ਸੁਭਾਅ ਚੰਗਾ ਲੱਗਿਆ। ਇਹ ਬਾਬਾ ਕਿੰਨਾ ਚੰਗਾ ਹੈ, ਨਾਲੇ ਦਵਾਈ ਬੂਟੀ ਕਰਦਾ ਹੈ, ਨਾਲੇ ਧਰਮ ਕਰਮ ਦੇ ਰਾਹ ਪਿਆ ਹੋਇਆ। ਇਹਨੂੰ ਆਖਦੇ ਨੇ ਅਸਲੀ ਸਾਧ। ਨਹੀਂ ਤਾਂ ਜਵਾਨ ਉਮਰ ਆਦਮੀ ਤੋਂ 100 ਗਲਤੀਆਂ ਕਰਵਾ ਲੈਂਦੀ ਹੈ। ਤੇ ਤੂੰ ਕਿਹੜਾ ਸਾਧ ਹੋਇਆ? ਤੂੰ ਵੀ ਤਾਂ ਨਕਲੀ ਨਹੀਂ। ਉਹ ਤਾਂ ਮਰ ਜਾਣੀ ਨੇ ਚੰਗਾ ਭਲਾ ਮੁੰਡਾ ਜੱਗ ਕੋਲੋਂ ਰੁਸਾਤਾ। ਮਾਹੀ ਨੇ ਦਰਸ਼ਨ ਦਾ ਚੰਗਾਪਣ ਚੇਤੇ ਕਰਵਾਇਆ, ਪਰ ਦਰਸ਼ੀ ਦੀ ਦੁੱਖ ਦੀ ਰਗ ਮੁੜ ਪੀੜ ਕਰਨ ਲੱਗੀ। ਦੇਖ ਮਾਹੀ, ਤੂੰ ਮੇਰ ਦੀ ਵੱਡੀ ਭੈਣ ਹੈ। ਤੇਰੇ ਲਈ ਮੇਰੇ ਦਿਲ 'ਚ ਬਹੁਤ ਆਦਰ ਹੈ। ਮੈਨੂੰ ਤੇਰੇ ਤੇ ਮੇਰ ਨਾਲ ਹੋਈਆਂ ਜ਼ਿਆਦਤੀਆਂ ਦਾ ਦੁੱਖ ਵੀ ਹੈ। ਅਸਲ 'ਚ ਮੈਂ ਜੱਗ ਤੋਂ ਨਹੀਂ ਰੁੱਸਿਆ, ਆਪਣੀ ਤਕਦੀਰ ਤੋਂ ਰੁੱਸਿਆ। ਮੇਰਾ ਗਿਲਾ ਰੱਬ ਨਾਲ ਹੈ। ਕਿਉਂ? ਪ੍ਰੀਤਮ ਨਾਲ ਪ੍ਰੀਤੀ ਬਣੀ, ਕਿਉਂ ਰੱਬ ਨੇ ਖੋਹ ਲਈ। ਤੁਸੀਂ ਸਾਰੇ ਮੇਰੇ ਆਪਣੇ ਹੋ, ਮੈਨੂੰ ਬੇਹੱਦ ਪਿਆਰ ਦਿੰਦੇ ਹੋ। ਜੱਗ ਉੱਪਰ ਕਦੇ ਕੋਈ ਸ਼ਿਕਵਾ ਨਾ ਹੈ ਸੀ ਤੇ ਨਾ ਹੈ।
ਦਰਸ਼ਨ ਗਿਆਨ ਧਿਆਨ ਦੀਆਂ ਗੱਲਾਂ 'ਚ ਉਲਝ ਗਿਆ। ਮੇਰੇ ਲਈ ਤੁਸੀਂ ਸਾਰੇ ਚੰਗੇ ਹੋ, ਮੇਰ ਵੀ, ਭੂਆ ਵੀ, ਵੀਰ, ਸਾਧੂ, ਭਰਜਾਈ, ਸਤਨਾਮ ਵੀ। ਮੇਰੇ ਹਾਲ ਤੇ ਰਹਿਮ ਕਰੋ, ਮੈਨੂੰ ਲੱਗਿਆ ਇੱਕੋ ਰੋਗ ਹੈ, ਮੇਰੇ ਹੰਡਾਉਣ ਲਈ ਕਾਫੀ ਹੈ। ਦਰਸ਼ੀ ਦੀਆਂ ਗੱਲਾਂ ਸੁਣ ਕੇ ਮਾਹੀ ਆਪਣੇ ਮਨ ਦੀ ਰਮਜ਼ ਭੁੱਲ ਗਈ। ਗੱਲਾਂ ਦਾ ਰੁੱਖ ਬਦਲਦੀ ਬੋਲੀ, ਹੋਰ ਪੈਸੇ ਕਿੰਨੇ ਕੁ ਪਏ ਨੇ? ਇੱਥੇ ਬਚੇ ਹੋਏ ਸਮਾਨ ਦਾ ਕੀ ਕਰੀਏ? ਆਪਣਾ ਘਰ ਪੱਕਾ ਕਰ ਲੈ, 2 ਕੋਠੜੀਆਂ ਪਾ ਲੈ, ਕੋਟ ਮਾਰ ਲੈ। ਦਰਸ਼ਨ ਨੇ ਸੁਝਾਅ ਦਿੱਤਾ। ਨਹੀਂ, ਇਹ ਪਾਪ ਦਾ ਪੈਸਾ ਹੈ, ਮੈਂ ਨਹੀਂ ਵਰਤਣਾ। ਇਹਨੂੰ ਕਿਸੇ ਹੋਰ ਚੰਗੇ ਕੰਮ ਤੇ ਲਾ ਕੇ ਪਰਾਂ ਕਰ। ਇਹ ਪੈਸਾ ਘਰ ਗ੍ਰਸਤੀ ਲਈ ਜ਼ਹਿਰ ਹੈ। ਕਿਸ ਘਰ ਗ੍ਰਸਤੀ ਦੀਆਂ ਗੱਲਾਂ ਕਰਦੀਆਂ? ਕਿਉਂ ਆਪਦੇ ਆਪ ਨੂੰ ਧੋਖਾ ਦੇ ਰਹੀ ਹੈ? ਤੂੰ ਮੇਰੀ ਛੱਡ, ਪਹਿਲਾਂ ਇਹਨਾਂ ਪੈਸਿਆਂ ਦੀ ਗੱਲ ਕਰ। ਮਾਹੀ ਝੁੰਝਲਾ ਗਈ। ਹਾਂ ਸੱਚ, 4 ਦੀਵਾਰੀ ਤੋਂ ਯਾਦ ਆਇਆ, ਆ ਬਾਬੇ ਦੀ ਕੁਟੀਆ ਦੁਆਲੇ ਕੋਟ ਨਾ ਮਾਰ ਦਈਏ, ਇਹ ਵੀ ਪੁੰਨ ਦਾ ਥਾਂ। ਦਰਸ਼ਨ ਨੇ ਸਮਰਥਨ ਕੀਤਾ। ਬਾਬੇ ਨੂੰ ਮਨਾ ਲਿਆ, ਪੰਚਾਇਤ ਤੋਂ ਹਾਂ ਕਰਵਾ ਕੇ ਕੰਮ ਵਿੱਢ ਦਿੱਤਾ। ਗਾਰੇ 'ਚ ਚਣਾਈ ਕਰਕੇ ਸੀਮਿੰਟ ਦੀ ਟੀਪ ਕਰ ਦਿੱਤੀ। ਲੱਗਦੇ ਹੱਥ ਦਵਾਈ ਬੂਟੀ ਲਈ ਪੱਕਾ ਕਮਰਾ, ਮੂਹਰੇ ਛੋਟਾ ਜਿਹਾ ਵਰਾਂਡਾ ਛੱਤ ਕੇ ਦਵਾਖਾਨੇ ਦੀ ਸ਼ਕਲ ਦੇ ਦਿੱਤੀ। ਇੱਕ ਕੱਚ ਰਹਿ ਗਈ ਸੀ, ਢਾਬ ਵਾਲੇ ਪਾਸੇ ਥੜਾ ਪਾਣੀ ਨਾਲ ਖੁਰਨੋਂ ਬਚਿਆ ਰਹੇ। ਕੋਈ ਇੰਤਜ਼ਾਮ ਕਰਨਾ ਜ਼ਰੂਰੀ ਲੱਗਿਆ। 15-20 ਹੱਥ ਦੀ ਦੂਰੀ ਤੇ ਥੰਮਲੇ ਤੇ ਬੁਰਜੀਆਂ ਬਣਾ ਕੇ ਹੇਠਾਂ ਪਾਣੀ ਤੱਕ ਪੌੜੀਆਂ ਉਤਰਦੀਆਂ ਕਰਤੀਆਂ। ਦਰਖਤਾਂ ਹੇਠਾਂ 3-4 ਪੱਕੇ ਥੜੇ ਬਣਾਤੇ। ਆਏ ਗਏ ਦੇ ਬੈਠਣ ਨੂੰ। ਲੁੱਟ ਦੇ ਮਾਲ 'ਚੋਂ ਇੱਕ ਪਾਈ ਵੀ ਆਪਣੇ ਪਾਸ ਨਹੀਂ ਰੱਖੀ। ਮਾਹੀ ਸੁਰਖਰੂ ਹੋ ਗਈ। ਸਰਪੰਚ ਸਾਰੇ ਕਾਰ ਵਿਹਾਰ 'ਚ ਖਾਮਖਾਹ ਦਾ ਆਗੂ ਬਣਿਆ ਫਿਰਦਾ ਰਿਹਾ। ਕੁਝ ਬਾਬੇ ਨੇ ਸਿਰ ਚੜਾ ਲਿਆ। ਲੋਕ ਜਾਣਦੇ ਸਨ ਕਿ ਇੱਕ ਵਾਰ ਪਿੱਠ ਤੇ ਚੜਿਆ ਇਹ ਬੰਦਾ ਛੇਤੀ ਕਿਤਿਆਂ ਉਤਰਨ ਵਾਲਾ ਨਹੀਂ। ਮਾਹੀ ਨੂੰ ਉਦੋਂ ਸ਼ੱਕ ਹੋਇਆ ਜਦੋਂ ਕੱਲੀ ਵੇਖ ਕੇ ਉਹਨੇ ਆਲੇ ਦੁਆਲੇ ਕੱਟੇ ਬੱਚੇ ਬੰਨਦਾ ਉਹਦੇ ਦੁਆਲੇ ਕੱਟੇ ਬੱਚੇ ਬੰਨਦਾ ਫਿਰਦਾ। ਉਹਨੂੰ ਨੰਬਰਦਾਰਾਂ ਦੀ ਮਾਈ ਆਤੀ ਦੀ ਚੇਤਾਵਨੀ ਚੇਤੇ ਆਈ। ਨਹੀਂ ਮਾਹੀ, ਬਚ ਕੇ ਨਹੀਂ, ਇਸ ਹਰਾਮੀ ਤੋਂ। ਇਹ ਲੰਗੋਟ ਦਾ ਕੱਚਾ ਹੈ, ਤੀਵੀਂ ਮਾਠਣ ਨੂੰ ਫੋਰਾ ਲਾਉਂਦਾ। ਮਿਸਤਰੀ ਢਾਬ ਦੀਆਂ ਪੌੜੀਆਂ ਬਣਾ ਰਹੇ ਸਨ। ਬਾਬਾ ਅੰਦਰ ਮਰੀਜ਼ ਦੇਖ ਰਿਹਾ ਸੀ। ਮਾਹੀ ਪਰੇ ਬੈਠੀ ਨਿਗਰਾਨੀ ਕਰ ਰਹੀ ਸੀ। ਪੱਦੀ ਲੋਕ ਸਰਪੰਚ ਦਾ ਅਸਲੀ ਨਾਂ ਨਹੀਂ ਸੀ ਲੈਂਦੇ, ਕੇਵਲ ਪੱਦੀ ਆਖਦੇ ਸੀ। ਆਇਆ, ਮਾਹੀ ਦੇ ਬਰਾਬਰ ਥੜੇ ਤੇ ਬੈਠ ਕੇ ਆਪਣਾ ਹੱਥ ਮਾਹੀ ਦੇ ਪੱਟ ਤੇ ਰੱਖਤਾ। ਪੱਦੀ ਨੂੰ ਉਠਾ ਕੇ ਪਰੇ ਲੈ ਗਈ। ਖੂਹ ਕੋਲ ਡੱਬ 'ਚੋਂ ਪਿਸਤੌਲ ਪੱਦੀ ਦੀ ਹਿੱਕ ਤੇ ਖੱਬੇ ਪਾਸੇ ਧਰਤਾ। ਨਾਲੀ ਦੀ ਚੋਭ ਤੇ ਮਾਹੀ ਦੀਆਂ ਅੱਖਾਂ 'ਚੋਂ ਵਰਦੇ ਅੰਗਿਆਰਿਆਂ ਤੋਂ ਡਰਦਾ ਪੱਤਰੇ ਵੱਜ ਗਿਆ। ਪੱਦੀ ਦੀਆਂ ਪਦੀੜਾਂ ਘਰ ਤੱਕ ਨਹੀਂ ਰੁਕੀਆਂ। ਉਹਨੂੰ ਯਾਦ ਨਹੀਂ ਸੀ ਰਿਹਾ ਕਿ ਉਹ ਆਪਣੇ ਘਰ ਮੂਹਰੇ ਅੱਪੜ ਗਿਆ। ਦਮ ਨਾਲ ਦਮ ਨਾ ਰਲੇ। ਖੰਘ ਛਿੜ ਪਈ। ਰਾਮ ਪਿਆਰੀ ਨੇ ਪਾਣੀ ਦੀ ਗੜਵੀ ਪਿਆਈ। ਕਿਉਂ ਇੰਨਾ ਡਰਿਆ ਕਿਉਂ ਹੈ? ਕਿਉਂ ਮਗਰ ਪਿਆ ਤੇਰੇ? ਨਹੀਂ ਕੁਛ ਨਹੀਂ, ਐਵੇਂ ਮਾਰਤੇ ਤੀ ਪਤੰਦਰਨੀ ਨੇ। ਘਬਰੇ ਪੱਦੀ ਦੇ ਮੂੰਹ ਗੱਲ ਨਿਕਲੀ ਤੇ ਰਾਮ ਪਿਆਰੀ ਨੇ ਫੜ ਲਈ। ਅੱਜ ਫਿਰ ਕਿਹਦੇ ਨਾਲ ਪੰਗਾ ਪਾ ਆਇਆ? ਉਹ ਤੇਰੀ ਲੱਗਦੀ, ਮਾਹੀ ਨੇ। ਨਾਲੇ ਮੈਂ ਤਾਂ ਕੁਛ ਕਿਹਾ ਵੀ ਨਹੀਂ ਸੀ। ਪਿਸਤੌਲ ਠੋਕਣਾ ਸੀ ਮੇਰੀ ਹਿੱਕ 'ਚ। ਰਾਮ ਪਿਆਰੀ ਨੂੰ ਪੱਦੀ ਤੇ ਯਕੀਨ ਨਾ ਆਇਆ। ਉਹਨੀ ਪੈਰੀ ਮਾਹੀ ਕੋਲ ਗਈ। ਬੀਬੀ ਹਾਲੀ ਮਿਸਤਰੀਆਂ ਕੋਲ ਬੈਠੀ ਸੀ। ਬੀਬੀ ਕੀ ਹੋ ਗਿਆ? ਦੇ ਉੱਤਰ 'ਚ ਮਾਹੀ ਨੇ ਸਹਿਜ ਭਾਵ ਨਾਲ ਪੱਦੀ ਕਥਾ ਸੁਣਾਤੀ। ਕੱਟੇ ਵੱਛੇ ਬੰਨਣ ਤੋਂ ਪੱਟ ਦੇ ਹੱਥ ਫੇਰਨ ਤੱਕ। ਪੌੜੀਆਂ ਲਿਪਦੇ ਮਿਸਤਰੀਆਂ ਤੋਂ ਵੀ ਉਹਲਾ ਨਾ ਰੱਖਿਆ। ਤੇ ਪਿਸਤੌਲ? ਹਾਂ ਰੱਖਿਆ ਪੱਦੀ ਦੀ ਹਿੱਕ ਤੇ। ਇੰਨਾ ਡਰਾਏ ਬਿਨਾਂ ਉਹਨੇ ਲੋਟ ਨਹੀਂ ਸੀ ਆਉਣਾ। ਰਾਮ ਪਿਆਰੀ ਮਾਫੀਆਂ ਮੰਗੀ ਜਾਵੇ। ਮਾਹੀ ਨੇ ਉੱਠ ਕੇ ਗੱਲ ਨਾਲ ਲਾ ਲਈ। ਦੋਵੇਂ ਭੈਣਾਂ ਕਿੰਨੀ ਦੇਰ ਰੋਂਦੀਆਂ ਰਹੀਆਂ। ਦੂਜੇ ਦਿਨ ਪੁਲਿਸ ਆ ਗਈ ਕੱਲ ਦੀ ਘਟਨਾ ਬਾਰੇ ਪੁੱਛਗਿੱਛ ਕਰਨ। ਬੀਬੀ ਤੇਰੇ ਕੋਲ ਨਜਾਇਜ਼ ਅਸਲਾ ਹੈ। ਤੈਂ ਤਾਂ ਸਰਪੰਚ ਨੂੰ ਮਾਰ ਦੇਣਾ ਸੀ ਉਸ ਅਸਲੇ ਨਾਲ। ਹਾਂ ਹੈਗਾ, ਆਖ ਕੇ ਮਾਹੀ ਨੇ ਵਣ ਦੀ ਖੋੜ 'ਚੋਂ ਦੇਸੀ ਕੱਟਾ ਕੱਢ ਕੇ ਹੌਲਦਾਰ ਨੂੰ ਫੜਾਤਾ। ਇਹ ਕਿੱਥੋਂ ਆਇਆ? ਇਹ ਤਾਂ ਮੱਦੀ ਨੂੰ ਪੁੱਛੋ। ਜਾ ਕੇ ਕਿੱਥੋਂ ਲਿਆਂਦਾ ਸੀ? ਨਾਲੇ ਇਹ ਵੀ ਪੁੱਛ ਲਿਓ ਕਿ ਉਹ ਮੈਨੂੰ ਕਿੱਥੋਂ ਲਿਆਇਆ ਸੀ। ਮਾਹੀ ਬੜੇ ਗੜਕੇ ਨਾਲ ਉਲਟਾ ਪੁਲਿਸ ਨੂੰ ਪੈ ਗਈ। ਹੌਲਦਾਰ ਤੀਵੀਂ ਦੇ ਜੁਲਕੇ ਅੱਗੇ ਘਬਰਾ ਗਿਆ। ਠੰਡਾ ਸੀਲ ਹੋ ਕੇ ਮੰਜੀ ਤੇ ਬੈਠ ਗਿਆ। ਕਿਉਂ ਸਰਪੰਚਾ, ਆਪਣੇ ਬਿਆਨ ਲਿਖਾ। ਇਹ ਕੀ ਲਿਖਾਊ ਆਪਣੇ ਬਿਆਨ? ਬਿਆਨ ਤਾਂ ਮੇਰੇ ਲਿਖੋ। ਰਾਮ ਪਿਆਰੀ ਅਚਨਚੇਤ 'ਚ ਜੁੜੀ ਭੀੜ 'ਚੋਂ ਨਿਕਲਦੀ ਕੜਕੀ। ਪੱਦੀ ਵੱਡਾ ਸਰਪੰਚ ਬਣਿਆ ਫਿਰਦਾ, ਮੁਤਬਰਾਂ ਵਾਲੇ ਕੰਮ ਵੀ ਕਰਿਆ ਕਰੇ। ਆਹ ਲੰਡਰਾਂ ਵਾਲੇ ਚਾਲੇ ਕਦੋਂ ਛੱਡੇਗਾ? ਦੱਸ ਕੀ ਭੱਦਰਕਾਰੀ ਕੀਤੀ ਸੀ ਬੀਬੀ ਨਾਲ? ਦੇ ਬਿਆਨ। ਜੀ ਚਾਹੇ ਕੋਲੇ ਕੰਮ ਕਰਦੇ ਮਿਸਤਰੀਆਂ ਤੋਂ ਪੁੱਛ ਲਓ। ਇਹਨੇ ਪਿਸਤੌਲ ਤਾਣ ਲਿਆ ਮੇਰੇ ਤੇ। ਜੇ ਘੋੜਾ ਦੱਬ ਦਿੰਦੀ ਤਾਂ? ਕਿਹੜਾ ਹੈ ਮਿਸਤਰੀ? ਹਵਾਲਦਾਰ ਨੇ ਭੀੜ 'ਚ ਨਿਗਾਹ ਦੌੜਾਈ। ਦੋਹੇ ਮਿਸਤਰੀ ਹੱਥ ਬੰਨ ਕੇ ਪੇਸ਼ ਹੋ ਗਏ। ਮਹਾਰਾਜ ਜੀ, ਅਸੀਂ ਕੁਛ ਨਹੀਂ ਦੇਖਿਆ ਜੀ। ਬੀਬੀ ਸਾਡੇ ਕੋਲ ਬੈਠੀ ਤੀ, ਅਸੀਂ ਪੌੜੀ ਲਿਪ ਰਹੇ ਤੀ। ਗਵਾਹੀ ਫੇਲ ਹੋਣ ਤੇ ਸਰਪੰਚ ਖਿਸਿਆਨਾ ਜਿਹਾ ਹੋ ਗਿਆ। ਫਿਰ ਤਾਂ ਮੈਂ ਝੂਠਾ ਹੋਇਆ। ਚਲੋ ਰਹਿਣ ਦਿਓ ਜੀ।
ਮੋਤੀਆਂ ਵਾਲਿਓ, ਮੈਂ ਆਪਦੀ ਦਰਖਾਸਤ ਵਾਪਸ ਲੈਂਦਾ। ਆਖ ਕੇ ਜਾਣ ਲੱਗਿਆ। ਹੌਲਦਾਰ ਨੇ ਦਰਖਾਸਤ ਵਾਪਸ ਹੀ ਉੱਪਰ ਪੱਦੀ ਦਾ ਅੰਗੂਠਾ ਲਗਵਾ ਕੇ ਕਚਹਿਰੀ ਬਰਖਾਸਤ ਕਰਤੀ। ਪਿੱਛੇ ਮਾਈ ਆਤੀ, ਸਰਪੰਚਣੀ, ਰਾਮ ਪਿਆਰੀ, ਵੈਦ ਬਾਬਾ ਤੇ ਕੁਝ ਹੋਰ ਰਹਿ ਗਏ। ਮਾਹੀ ਨੇ ਮੱਦੀ ਵਾਲਾ ਪਿਸਤੌਲ ਲਪੇਟਣ ਲਈ ਖੱਦਰ ਦਾ ਲੀੜਾ ਲਿਆ ਕੇ ਦਿੱਤਾ। ਲਓ ਥਾਣੇਦਾਰ ਸਾਹਿਬ ਜੀ, ਇਹ ਅਸਲਾ ਮੇਰੇ ਕਿਸ ਕੰਮ। ਹੁਣ ਜਿੱਥੇ ਸਾਰਾ ਨਗਰ ਹੀ ਮੇਰਾ ਰਾਖਾ ਹੋਵੇ, ਉੱਥੇ ਹੋਰ ਕਿਸੇ ਦਾ ਡਰ ਭੈ ਕਾਹਦਾ ਰਿਹਾ। ਫਿਰ ਵੀ ਜੇ ਜ਼ਰੂਰੀ ਸਮਝਦੇ ਹੋ ਤਾਂ ਬੇਸ਼ੱਕ ਇਹ ਪਿਸਤੌਲ ਮੇਰੇ ਤੇ ਪਾ ਕੇ ਅਦਾਲਤ ਵਿੱਚ ਪੇਸ਼ ਕਰ ਦਿਓ। ਜਿੱਥੇ ਪਹਿਲਾਂ ਨੇ ਹੱਕੀ 2 ਸਾਲ ਕੱਢ ਆਈ, ਉੱਥੇ ਸਾਲ 6 ਮਹੀਨੇ ਹੋਰ ਸਹੀ। ਮੌਕੇ ਦੀ ਨਜ਼ਾਕਤ ਦੇਖ ਕੇ, ਔਰਤ ਦੀ ਸੱਚਾਈ ਸਮਝ ਕੇ ਹਵਾਲਦਾਰ ਨੇ ਮਾਮਲੇ ਨੂੰ ਇੱਥੇ ਹੀ ਰਫਾ ਦਫਾ ਕਰਨਾ ਮੁਨਾਸਿਬ ਸਮਝਿਆ। ਮਾਹੀ ਤੇ ਆਤੀ ਨੇ ਮਾਹੀ ਦੇ ਸਿਰ ਤੇ ਹੱਥ ਰੱਖ ਕੇ ਧੀਰਜ ਬਣਾਇਆ। ਹੌਲਦਾਰ ਸਾਰਿਆਂ ਨੂੰ ਫਤਿਹ ਅਰਜ਼ ਕਰਕੇ ਵਾਪਸ ਮੁੜ ਗਿਆ। ਘਟਨਾ ਉੱਪਰ ਮਿੱਟੀ ਪੈ ਗਈ। ਪੱਦੀ ਖੜਪੰਚ ਦੀਆਂ ਟੱਟੂ ਆਸ਼ਕੀ ਵਾਲੀਆਂ ਹਰਕਤਾਂ ਤੋਂ ਜਾਣੂ ਤੀਵੀਆਂ ਤੇ ਆਦਮੀਆਂ ਨੇ ਗਲ ਦਾ ਗੁੱਡਾ ਬੰਨ ਦਿੱਤਾ। ਬਦਨਾਮ ਹੋंगे तो क्या नाम ना होगा। ਸਗੋਂ ਪੱਦੀ ਹੋਰ ਢੀਠ ਹੋ ਗਿਆ। ਭਾਈ ਜੀ ਕੱਛ ਲੰਮ ਕੇ ਜਿਵੇਂ ਨਿੰਮ ਤੇ ਬਾਂਦਰੀ ਲਟਕੇ। ਅੰਗ 19ਵਾਂ। ਪਿੰਡ ਦੇ ਲੋਕ ਜੋ ਮਰਜ਼ੀ ਸੋਚਣ, ਜੋ ਚਾਹੇ ਸਮਝਣ, ਦਰਸ਼ੀ ਤੇ ਮਾਹੀ ਦਾ ਰਿਸ਼ਤਾ ਮੈਲਾ ਨਹੀਂ ਸੀ। ਆਪਸੀ ਸਹਿਯੋਗ ਤੇ ਵਿਸ਼ਵਾਸ ਉੱਪਰ ਟਿਕਿਆ ਸੀ। ਬੇਝਿਜਕ ਆਉਣਾ ਜਾਣਾ ਬਣਿਆ ਹੋਇਆ ਸੀ। ਢਾਬ ਤੇ ਖੂਹ ਦੀ ਕਾਰ ਸੇਵਾ ਵਾਲੇ ਤਾਂ ਕਈ ਦਿਨ ਖੇਤੜੇ ਰਹਿਣਾ ਪਿਆ। ਆਉਂਦਾ ਤਾਂ ਟਿਕਦਾ ਜ਼ਿਆਦਾਤਰ ਬਾਬੇ ਦੀ ਕੁਟੀਆ 'ਚ। ਰਤਾ ਵੇਲ ਲੱਭ ਕੇ ਮਾਹੀ ਨੂੰ ਪੁੱਛਿਆ, ਦਰਸ਼ਨ, ਕਈ ਦਿਨਾਂ ਤੋਂ ਇੱਕ ਸਵਾਲ ਮੈਨੂੰ ਤੰਗ ਕਰ ਰਿਹਾ, ਹੋ ਸਕਦਾ ਇਹਦਾ ਉੱਤਰ ਤੇਰੇ ਪਾਸ ਹੋਵੇ। ਆਖ ਜੋ ਆਖਣਾ ਚਾਹੁੰਦੀ ਹੈ, ਆਪਣਾ ਸਵਾਲ ਦੱਸ। ਤੂੰ ਮੇਰਾ ਕੌਣ ਹੈ? ਮਾਹੀ ਨੇ ਹੋਰ ਸਿੱਧਾ ਸਵਾਲ ਕੀਤਾ। ਦਰਸ਼ਨ ਹੱਸ ਪਿਆ। ਸਿੱਧੀ ਗੱਲ ਹੈ, ਮੈਂ ਤੇਰਾ ਦੋਸਤ ਹਾਂ, ਹੋਰ ਕੀ। ਹਾਂ, ਇਹ ਹੋਈ ਨਾ ਗੱਲ, ਸਵਾਦ ਜਿਹਾ ਆ ਗਿਆ। ਰਿਸ਼ਤੇ ਦਾ ਨਾਂ ਸੁਣ ਕੇ ਸੱਚਾ ਬੇਗਰਜ਼ ਰਿਸ਼ਤਾ ਹੁੰਦਾ ਹੈ ਦੋਸਤ ਦਾ। ਖੋਟਾ ਲਾਲਚਾਂ ਤੋਂ ਪਰੇ ਮੁਹੱਬਤਾਂ ਦਾ ਅਹਿਸਾਸ ਹੁੰਦਾ ਹੈ। ਦਿਨ ਚੜ੍ਹਦੇ ਦੀ ਲਾਲੀ ਵਰਗਾ। ਮਾਈ ਅੱਖਾਂ ਮੀਟ ਕੇ ਰਿਸ਼ਤੇ ਦਾ ਆਨੰਦ ਮਾਣ ਰਹੀ ਸੀ। ਹਾਂ, ਤੈਂ ਠੀਕ ਆਖਿਆ, ਪਰ ਇਹ ਯਾਦ ਰੱਖੀ ਕਿ ਮਿੱਤਰ ਹਮੇਸ਼ਾ ਦਾਤਾ ਹੁੰਦਾ ਹੈ, ਜਾਚਕ ਕਦੇ ਨਹੀਂ। ਦਰਸ਼ਨ ਉਤਸ਼ਾਹ ਚ ਆਖ ਗਿਆ, ਤਾਂ ਮੈਂ ਅੱਜ ਤੋਂ ਤੈਨੂੰ ਰੱਬ ਦੀ ਸਹੁੰ ਖਾ ਕੇ ਆਪਣਾ ਦੋਸਤ ਮੰਨਿਆ। ਮਾਹੀ ਦੀਆਂ ਅੱਖਾਂ 'ਚ ਚਮਕ ਆ ਗਈ। ਇਸ 'ਚ ਮੰਨਣ ਵਾਲੀ ਗੱਲ ਕਿੱਥੋਂ ਆ ਗਈ? ਆਪਾਂ ਦੋਸਤ ਹਾਂ ਤੇ ਰਹਾਂਗੇ, ਬਸ ਗੱਲ ਖਤਮ। ਦਿਲਾਂ ਦੀ ਤਹਿ 'ਚੋਂ ਨਿਕਲਿਆ ਇਕਰਾਰ ਦਰਸ਼ਨ ਲਈ ਮਾਣਮੱਤਾ ਹੋ ਨਿਬੜਿਆ। ਮਾਹੀ ਅੰਦਰ ਮਰ ਜਾਣੀ ਪ੍ਰੀਤੋ ਦਾ ਅਕਸ ਦਿਖਾਈ ਦੇਣ ਲੱਗਾ। ਮਾਹੀ ਇਸ ਗੋਲੂ ਮੋਲੂ ਜੇ ਮੁੰਡੇ ਨਾਲ ਆਪਣੇ ਰਿਸ਼ਤੇ ਨੂੰ ਨਾਂ ਦੇਣਾ ਚਾਹੁੰਦੀ ਸੀ, ਜਿਵੇਂ ਯਾਰ, ਸੱਜਣ, ਮੀਤ ਵਰਗੇ ਨਾਵਾਂ ਨੇ ਉਹਦੀ ਜ਼ੁਬਾਨ 'ਚ ਮਿਸ਼ਰੀ ਘੋਲਤੀ ਹੋਵੇ। ਹੈ ਨਾ ਖੂਬਸੂਰਤ, ਪਿਆਰੇ ਜੇ ਨਾਂ। ਆਖਦਿਆਂ ਮਾਹੀ ਨੇ ਦਰਸ਼ੀ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਘੁੱਟ ਲਏ, ਜਿਵੇਂ ਰਿਸ਼ਤਿਆਂ ਦੀ ਥਾਹ ਪਾ ਲਈ ਹੋਵੇ। ਵੈਦ ਬਾਬਾ ਲਾਗੇ ਬੈਠਾ ਸੀ। ਸਾਰੀ ਵਾਰਤਾਲਾਪ ਵੇਖੀ ਸੁਣੀ ਗਿਆ। ਉਹਨੇ ਰਿਸ਼ਤਿਆਂ ਦੇ ਜਨੂਨ ਦੀ ਹੱਦ ਅੱਜ ਵੇਖੀ ਸੀ। ਦਿਲਾਂ ਦੇ ਪੱਕੇ ਸਾਫ਼ ਸੁਥਰੇ ਲੋਕਾਂ ਦੇ ਇਕਰਾਰ ਅੱਜ ਸੁਣੇ ਸਨ, ਜਿਨ੍ਹਾਂ ਦਾ ਉਹ ਸਾਲਸ ਤਾਂ ਨਹੀਂ ਸੀ, ਚਸ਼ਮਦੀਦ ਗਵਾਹ ਜ਼ਰੂਰ ਸੀ। ਲੋਕ ਆਪਣੇ ਹਿਸਾਬ ਮੁਤਾਬਕ ਸੋਚਦੇ। ਕੌਣ ਹੈ ਦਰਸ਼ਨ ਜੀ ਦੇ ਦਰਸ਼ਨ ਕਰਕੇ ਮਾਹੀ ਹਰੀ ਹੋ ਜਾਂਦੀ ਹੈ? ਆਪਾਂ ਨੇ ਕੀ ਟਿੰਡੀਆਂ ਲੈਣੀਆਂ ਐ? ਹੋਊ ਕੋਈ ਪੁਰਾਣਾ ਯਾਰ ਬੇਲੀ ਅਗਲੀ ਦਾ। ਬੰਦਾ ਤਾਂ ਭਲਾ ਲੱਗਦਾ, ਪਰ ਬੰਦੇ ਦੇ ਅੰਦਰ ਤਾਂ ਨਹੀਂ ਵੜਿਆ ਹੁੰਦਾ ਕੋਈ। ਦੋਹੇ ਇੱਕੋ ਘਰ 'ਚ ਇਕੱਠੇ ਬੈਠੇ ਰਹਿੰਦੇ ਨੇ, ਕੋਈ ਗੜਬੜ ਤਾਂ ਜ਼ਰੂਰ ਹੁੰਦੀ ਹੋਊ। ਕੋਈ ਮਾੜਾ ਹੈ ਤਾਂ ਅਗਲਾ ਜਾਣੇ ਜਾਂ ਅਗਲੇ ਦਾ ਦੀਨਾ ਮਾਨ। ਤੇਰਾ ਕੀ ਘਸਦਾ ਇਹਦੇ 'ਚ? ਘਸਦਾ ਕਿਉਂ ਨਹੀਂ? ਆਪਾਂ ਵੀ ਬਾਲ ਬੱਚੇ ਵਾਲੇ ਆ। ਐਂ ਚੰਗਾ ਥੋੜਾ ਲੱਗਦਾ। ਰੰਨ ਨਹੀਂ ਕੰਨ ਨਹੀਂ ਵੱਡਾ ਹੋਇਆ ਬਾਲ ਬੱਚੇ ਵਾਲਾ। ਮਾਹੀ ਨੂੰ ਕਿਸੇ ਕੰਜਰ ਦੀ ਪਰਵਾਹ ਨਹੀਂ ਸੀ। ਮਨ ਚੰਗਾ ਤਾਂ ਕਠੌਤੀ 'ਚ ਗੰਗਾ। ਦਰਸ਼ਨ ਕਈ ਵਾਰੀ ਆਖ ਦਿੰਦਾ, ਮੇਰਾ ਤਾਂ ਕੁਛ ਨਹੀਂ, ਪਰ ਤੂੰ ਤੀਵੀਂ ਮਾਣੀ ਹੈ, ਲੋਕ ਕੀ ਸੋਚਦੇ ਹੋਣਗੇ? ਲੋਕਾਂ ਨੇ ਉਦੋਂ ਕੀ ਸੋਚਿਆ ਜਦੋਂ ਮੱਦੀ ਹੋ ਰਹੀ 3-3 ਧਾੜ ਵੀ ਮੇਰੀ ਇੱਜ਼ਤ ਲੁੱਟਦੇ ਰਹੇ, ਤਾਂ ਫੇਰ ਲੋਕਾਂ ਤੋਂ ਡਰਦੇ ਆਪਾਂ ਆਪਣੀ ਸਾਂਝ ਤੋੜ ਦੇਈਏ। ਸੱਚਾਈ ਇਹ ਸੀ ਕਿ ਮਾਹੀ ਦੁਨੀਆ ਦੀ ਸਤਾਈ ਹੋਈ ਮਜ਼ਲੂਮ ਔਰਤ ਸੀ। ਇਹਦੇ ਬਾਵਜੂਦ ਉਹ ਮਰੂ ਕਰਕੇ ਜਿਉਣਾ ਨਹੀਂ ਚਾਹੁੰਦੀ ਸੀ। ਮਜ਼ਬੂਤ ਇਰਾਦਾ ਤੇ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਉਹਦੀ ਖੂਬੀ ਸੀ। ਜਿਸ ਉੱਪਰ ਦਰਸ਼ਨ ਮਰਦਾ ਸੀ, ਉਹਦਾ ਲੋਭ ਕੇਵਲ ਭੁੰਜੇ ਡਿੱਗੀ ਮਾਹੀ ਨੂੰ ਹੋਰ ਉੱਚਾ ਉੱਠਦਿਆਂ ਦੇਖਣ ਦਾ ਸੀ। ਇਹੋ ਉਹਦਾ ਪਿਆਰ ਸੀ, ਇਸ਼ਕ ਸੀ, ਸ਼ੁਦਾਈਪਣ ਸੀ। ਦੂਜੇ ਪਾਸੇ ਮਾਹੀ ਦੀ ਸੋਚ ਅਨੁਸਾਰ
ਦਰਸ਼ੀ ਦੁਨੀਆ ਦੀ ਪਰਵਾਹ ਕਰਨ ਵਾਲਾ ਸਾਫ਼ ਦਿਲ ਤੇ ਸੱਚਾ ਸੁੱਚਾ ਮਨੁੱਖ ਸੀ, ਜਿਸ ਉੱਪਰ ਉਹ ਹਰ ਤਰ੍ਹਾਂ ਦਾ ਭਰੋਸਾ ਕਰ ਸਕਦੀ ਸੀ। ਬਿਨਾਂ ਸ਼ੱਕ ਦਰਸ਼ੀ ਉਸ ਲਈ ਦੋਸਤ, ਆੜੀ, ਮਦਦਗਾਰ ਸਭ ਕੁਝ ਸੀ। ਮੇਹਰ ਦੀ ਇਹਨਾਂ ਪ੍ਰਤੀ ਸੋਚ ਥੋੜੀ ਲਾਲਚੀ ਸੀ। ਉਸ ਅਨੁਸਾਰ ਹੁਣ ਬਹੁਤ ਹੋ ਗਿਆ ਸੀ। ਮਾਹੀ ਹੁਣ ਜ਼ਬਰ ਜ਼ੁਲਮ ਵਾਲੇ ਬੇਹੁਦਾ ਅਤੀਤ ਚੋਂ ਬਾਹਰ ਆਵੇ ਤੇ ਦਰਸ਼ਨ ਨੂੰ ਅਪਣਾ ਲਵੇ। ਵਸਦਿਆਂ 'ਚ ਹੋ ਕੇ ਸਮਾਜ ਵਿੱਚ ਉੱਚੀ ਮਾਣਮੱਤੀ ਇਸਤਰੀ ਹੋਣ ਦਾ ਰੁਤਬਾ ਪ੍ਰਾਪਤ ਕਰੇ। ਦਰਸ਼ਨ ਆਪਣੇ ਮੋਏ ਮਿੱਤਰਾਂ ਦੇ ਬਿਰਹੋਂ ਦੀ ਰੜਕ ਤੋਂ ਨਿਜਾਤ ਪਾ ਸਕੇ। ਹੁਣ ਦੋਹਾਂ ਲਈ ਇਹ ਰਸਤਾ ਆਸਾਨ ਵੀ ਸੀ ਤੇ ਦਰੁਸਤ ਵੀ। ਇਸ ਤਰ੍ਹਾਂ ਹੋ ਜਾਣ ਨਾਲ ਮੇਹਰ ਨੂੰ ਆਪਣੇ ਜਿਉਂਦੇ ਰਹਿਣ ਦਾ ਰਸਤਾ ਮਿਲ ਜਾਣਾ ਸੀ। ਚਲੋ ਮੈਂ ਨਾ ਸਹੀ, ਮਾਹੀ ਤਾਂ ਸੁਖੀ ਵਸਦੀ ਹੈ। ਉਧਰੋਂ ਠੰਡੀ ਹਵਾ ਆਉਂਦੀ ਰਹੇ ਤਾਂ ਮੇਹਰ ਦੇ ਤਪਦੇ ਮਨ ਨੂੰ ਠੰਡਕ ਮਿਲੇ। ਗੱਲ ਇੱਕੋ ਸੀ। ਉਹ ਸਾਹਿਬ ਸਿੰਘ ਦੁਬਾਰਾ ਉਚੇੜੇ ਗਏ ਪਿੰਡੇ ਤੇ ਰੂਹ ਦੇ ਦੁੱਖ ਨੂੰ ਕਿਵੇਂ ਵੀ ਭੁੱਲੀ ਨਹੀਂ ਸੀ। ਉਸ ਖਿਲਾਫ ਉੱਠੀ ਨਫ਼ਰਤ ਗਲਿਆਣ ਨੂੰ ਅੱਖੋਂ ਪਰੋਖੇ ਕਰਨਾ ਅਸੰਭਵ ਵਰਗਾ ਸੀ। ਫਿਰ ਵੀ ਇਹ ਮਾਹੀ ਤਾਂ ਸੀ ਜੋ ਉਹਦੀ ਆਪਣੀ ਸੀ। ਇਹ ਤੋਂ ਇਲਾਵਾ ਚੰਦੂ ਤੇ ਜਲਕੁਰ ਦੇ ਮੋਹ 'ਚ ਬੱਜੀ ਮੇਹਰ ਨੂੰ ਵੀ ਆਪਾਂ ਵਸਦਿਆਂ 'ਚ ਸ਼ੁਮਾਰ ਕਰ ਸਕਦੇ ਹਾਂ। ਮਾਹੀ ਦੀ ਘਰੇਲੂ ਦਸਤਕਾਰੀ ਬਾਦ ਦਸਤੂਰ ਚੱਲ ਰਹੀ ਸੀ। ਵੇਲ ਵੀ ਕੱਟ ਜਾਂਦੀ, ਆਪਣੇ ਖਰਚੇ ਜੋਗੇ 4 ਪੈਸੇ ਵੀ ਆ ਜਾਂਦੇ। ਪਿੰਡ 'ਚ ਜਾਣੋ ਇਸ ਕੰਮ ਦੀ ਰੀਸ ਪੈ ਗਈ। ਕਈ ਘਰਾਂ 'ਚ ਦਰੀਆਂ ਬੁਣਨ ਲਈ ਅੱਡਿਆਂ ਉੱਤੇ ਮੋਰ ਪੰਜਿਆਂ ਦੀ ਠੱਕ ਠੱਕ ਹੋਣ ਲੱਗੀ। ਖੱਦਰ, ਖੇਸੀਆਂ, ਨਾਲੇ ਝੋਲੇ, ਪੱਖੀਆਂ, ਫੁਲਕਾਰੀਆਂ, ਬਾਗ ਦੀ ਵੰਨ-ਸੁਵੰਨੀ ਹੱਥ ਕਲਾ ਦੇ ਨਮੂਨੇ ਘਰਾਂ ਦੀ ਸ਼ੋਭਾ ਵਧਾਉਣ ਲੱਗੇ। ਕੁੜੀਆਂ ਕਤਰੀਆਂ ਨੀਝ ਨਾਲ ਤਿਆਰ ਕੀਤੇ ਦਾਜ ਦੀ ਨੁਮਾਇਸ਼ ਕਰਕੇ ਮਾਣ ਨਾਲ ਗਿੱਠ ਉੱਚੀਆਂ ਹੋ ਜਾਂਦੀਆਂ। ਰੰਗ ਬਿਰੰਗੇ ਧਾਗਿਆਂ ਦੀ ਅਦੁੱਤੀ ਤੇ ਰੰਗੀਨ ਖੇਡ ਨੇ ਨਣਦਾਂ ਭਰਜਾਈਆਂ ਵਿਚਕਾਰ ਚੋਲ ਮੋਲ ਭਰਿਆ ਪਿਆਰ ਸਿਰਜਣ 'ਚ ਵੱਡਾ ਹਿੱਸਾ ਪਾਇਆ। ਚਰਖਾ ਮੈਂ ਕੱਤਦੀ, ਤੰਦ ਤੇਰਿਆਂ ਦੁੱਖਾਂ ਦੇ ਪਾਵਾਂ। ਨਵੀਆਂ ਮੁਟਿਆਰਾਂ ਚੰਨ ਚਾਨਣੀਆਂ 'ਚ ਚਰਖਿਆਂ ਦੀ ਘੂਕ ਰਾਹੀਂ ਜੋਗੀਆਂ ਨੂੰ ਪਹਾੜੋਂ ਉਤਰਨ ਦਾ ਸੁਨੇਹਾ ਘੱਲਦੀਆਂ। ਦੂਰ ਕਿਧਰੇ ਅਦਿੱਖ ਆਲਣੇ ਵੱਲ ਪਰਵਾਜ਼ ਭਰਨ ਦੀ ਤਿਆਰੀ ਹੁੰਦੀ। ਤ੍ਰਿੰਜਣ, ਗਿੱਧਾ ਤੇ ਹੋਰ ਆਰ-ਪਾਰ ਮਨ ਦੀਆਂ ਗੁੱਝੀਆਂ ਦੱਸਣ ਸੁਣਨ ਦੇ ਲੋਕ ਪਿੜ ਵਜੋਂ ਵਰਤੀਆਂ ਜਾਣ ਵਾਲੀਆਂ ਸਾਂਝੀਆਂ ਥਾਵਾਂ 'ਚੋਂ ਇੱਕ ਸੀ ਮਾਹੀ ਦਾ ਵਿਸ਼ਾਲ ਹਿਰਦੇ ਵਾਲਾ ਵਿਹੜਾ। ਮਾਹੀ ਅੰਦਰਲੇ ਜੋਬਨ ਮੱਤੇ ਕੁਆਰੀ ਰੂਹ ਦੇ ਚਾਅ ਮਰੇ ਨਹੀਂ ਸਨ। ਕੁੜੀਆਂ ਸਹੇਲੀਆਂ ਦੀ ਛੈਬਰ ਵਿੱਚੋਂ ਆਪਣੇ ਹਿੱਸੇ ਦੀ ਖੁਸ਼ੀ ਲੱਭਣ ਦਾ ਯਤਨ ਕਰ ਰਹੀਆਂ ਸੀ। ਪਿੰਡ ਵਿੱਚ ਉਹਦਾ ਚੰਗਾ ਪ੍ਰਭਾਵ ਬਣ ਗਿਆ। ਅਨੇਕਾਂ ਪ੍ਰਬੰਧਕਾਂ, ਮਦਦਗਾਰਾਂ ਨਾਲ ਸਾਂਝ ਪੁੰਗਰਨ ਲੱਗ ਪਈ। ਉਹ ਖੁਸ਼ ਸੀ, ਪਰ ਇੱਕ ਕੱਲ 'ਚ ਉਹ ਜ਼ਾਲਮ ਯਾਦਾਂ ਮੁੜ ਘੇਰਾ ਘੱਤ ਲੈਂਦੀਆਂ। ਉਡਾਰੀ ਲਈ ਫੜਫੜਾਉਂਦੇ ਖੰਭ ਜਕੜੇ ਜਾਂਦੇ। ਦੂਜਿਆਂ ਨੂੰ ਚਾਨਣ ਵੰਡਦੀ ਮਾਹੀ ਆਪ ਹਨੇਰਾ ਦੀਵਾ ਬਣ ਜਾਂਦੀ। ਉਹ ਸੋਚਦੀ, ਜਿਸ ਦੀਵੇ ਦਾ ਤੇਲ ਮੁੱਕਿਆ ਹੋਵੇ ਉਹਦੀ ਬੱਤੀ ਨੂੰ ਬਲਦੀ ਸੀਖ ਦਿਖਾਉਣ ਦਾ ਕੀ ਫਾਇਦਾ। ਦੂਜੇ ਪਾਸੇ ਉਹਨੂੰ ਆਪਣੀਆਂ ਇਹਨਾਂ ਦਲੀਲਾਂ 'ਚ ਕੋਈ ਦਮ ਨਾ ਲੱਗਦਾ। ਉਹਦਾ ਮਨ ਬਾਗੀ ਸੁਰਾਂ 'ਚ ਹਾਮੀ ਭਰਦਾ। ਕਿਸੇ ਜਰਵਾਣੇ ਦੀ ਹਿੱਕ ਦੇ ਜ਼ੋਰ ਨਾਲ ਕੀਤੀ ਵਹਿਸ਼ੀ ਕਰਤੂਤ ਮਾਹੀ ਲਈ ਸਰਾਪ ਕਿਉਂ ਬਣੇ? ਉਹਦੀ ਦੇਹੀ ਤੇ ਮਨ ਅਪਵਿੱਤਰ ਕਿਵੇਂ ਹੋਏ? ਇਹ ਵੀ ਜ਼ਰੂਰੀ ਨਹੀਂ ਕਿ ਮੈਨੂੰ ਆਪਣੀ ਪਵਿੱਤਰਤਾ ਦੀ ਦੁਹਾਈ ਢੋਲ ਵਜਾ ਕੇ ਸੁਣਾਉਣੀ ਪਵੇ ਕਿ ਆਓ ਲੋਕੋ ਦੇਖੋ ਮੈਂ ਇੱਕ ਕੰਜਕ ਕੁਆਰੀ ਹਾਂ, ਦੌੜੋ ਮੈਨੂੰ ਆਪਣੇ ਗਲ ਨਾਲ ਲਾ ਲਓ, ਜਿਵੇਂ ਆਪਣੀਆਂ ਹੋਰਨਾਂ ਧੀਆਂ ਭੈਣਾਂ ਨੂੰ ਲਾਉਂਦੇ ਹੋ। ਉਹਨੂੰ ਤਸੱਲੀ ਸੀ ਕਿ ਉਹਨੇ ਆਪਣੇ ਆਚਰਨ ਦੀ ਸੁੱਚ ਰਾਹੀਂ ਆਮ ਲੋਕਾਂ ਦਾ ਮਨ ਤੇ ਭਰੋਸਾ ਜਿੱਤ ਲਿਆ। ਦਰਸ਼ੀ, ਜਗਨਦਾਸ, ਰਾਮ ਪਿਆਰੀ ਤੇ ਮਾਈ ਆਤਮ ਕੌਰ ਵਰਗੇ ਬਹੁਤ ਸਾਰੇ ਮਿਹਰਬਾਨ ਕਦਰਦਾਨ ਉਸ ਉੱਪਰ ਨੀਝਾ ਤੇ ਪਿਆਰ ਲੁਟਾਉਂਦੇ ਰਹੇ। ਇਸ ਲਈ ਬਹੁਤ ਹੱਦ ਤੱਕ ਸੰਤੁਸ਼ਟ ਸੀ। ਪਿਆਰ ਵੰਡੋਗੇ ਤਾਂ ਵਾਪਸ ਪਿਆਰ ਮਿਲੇਗਾ। ਆਦਰ ਵੱਟੇ ਸਤਕਾਰ ਮੋੜਨਗੇ ਲੋਕ। ਇਹੋ ਜ਼ਮਾਨੇ ਦਾ ਦਸਤੂਰ ਹੈ। ਉਹਨੂੰ ਹੋਰ ਕੀ ਚਾਹੀਦਾ ਸੀ? ਉਹਦਾ ਇਹ ਵਰਤਾਰਾ ਉਸ ਲਈ ਚੰਗਾ ਸਾਬਤ ਹੋਇਆ। ਗੰਗਾ ਜੀ ਦਾ ਨਹਾਉਣ ਨਾਲੇ ਮੁੰਜ ਬਗੜ ਦਾ ਸੌਦਾ। ਲੱਗਦਾ ਸੀ ਕਿ ਲੋਕ ਉਹਨੂੰ ਪਿਆਰ ਵਾਪਸ ਮੋੜ ਰਹੇ ਸਨ। ਦਿਲ ਦੇ ਭੇਤੀ ਨੇ ਦੇ ਲਲਕਾਰਾ ਡੋਬੀ। ਅੰਗ 20ਵਾਂ। ਆਸ਼ਾ ਮਨੁੱਖ ਦਾ ਜੀਵਨ ਮੂਲਕ ਤੱਤ ਹੈ। ਨਿਰਾਸ਼ਾ ਮਤਲਬ ਜ਼ਿੰਦਗੀ ਤੋਂ ਮੂੰਹ ਮੋੜ ਲੈਣਾ। ਪਦਾਰਥਵਾਦੀ ਅਨੁਸਾਰ ਟਕਰਾਅ ਸੰਘਰਸ਼ ਵਿੱਚੋਂ ਜੀਵਨ ਉਗਮਦਾ ਹੈ। ਖੜੋਤ ਚਾਹੇ ਪ੍ਰਾਣੀਆਂ ਦੀ ਹੋਂਦ ਖਤਮ ਹੋ ਜਾਂਦੀ ਹੈ। ਜਗਨੇ ਨੂੰ ਜ਼ਮਾਨੇ ਦੇ ਝੱਖੜ ਜਿੱਧਰ ਲਿਜਾਈ ਗਏ ਵਿਚਾਰਾ ਤੁਰਿਆ ਗਿਆ। ਗਰੀਬੀ ਬਹੁਤ ਸੀ। ਬਾਪੂ ਕਿਸੇ ਕਿਸਾਨ ਨਾਲ ਸੀਰੀ ਰਲ ਕੇ ਮਸਾਂ ਰੋਟੀ ਦਾ ਜੁਗਾੜ ਕਰਦਾ। ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ। ਮਾਰੂ ਜ਼ਮੀਨਾਂ 'ਚ ਠੇਬੇ ਖਾਂਦਾ। ਦੇਰ ਰਾਤ ਗਏ ਘਰੇ ਮੁੜਦਾ। ਕੰਮ ਧੰਦੇ ਦਾ ਲਾਗੂ ਪੁੱਜ ਕੇ ਸਾਊ। ਬਚਨੀ ਦੇਵੀ ਆਈ, ਤੀਵੀਂ ਕਾਹਦੀ ਪਟਮੇਲੀ।
ਪੱਤੇ ਝੱਟ ਬੇਹਯਾ ਜ਼ਨਾਨੀ, ਸੋਹਣੀ ਵੀ ਨਹੀਂ ਸੀ, ਜਿਹਦਾ ਹੰਕਾਰ ਕਰਦੀ ਕਹਾਉਂਦੀ ਆਪਣੇ ਆਪ ਨੂੰ ਕਹਾਂ ਖੁਦਾ। ਆਉਂਦਿਆਂ ਸਾਰ ਆਪਣੇ ਸਹੁਰੇ ਪਿੰਡ ਦੇ ਵਿਹਲੜ ਮੁੰਡੇ ਨੇ ਢੇਰ ਲਈ। ਮਾਂ ਦਾ ਕੱਲਾ ਪੁੱਤ ਸੀ, ਜ਼ਮੀਨ ਵਾਹਵਾ ਸੀ, ਸ਼ੀਸ਼ਾ ਮੋਚਨਾ ਕੁੜਤੇ ਦੇ ਗੀਜੇ 'ਚ ਰੱਖਦਾ, ਮੁੰਨੀਆਂ ਸੇਲੀਆਂ ਤੇ ਦਾੜੀ ਦੇ ਖੱਤ ਕੱਢੇ ਹੋਏ, ਉੱਤੋਂ ਸਿੱਟਵਾਂ ਚਾਦਰਾ ਸ਼ਕੀਨ ਜੁੱਤੀ ਪਾ ਕੇ ਰੱਖਦਾ, ਤੇ ਬਚਣੀ ਨੂੰ ਅਜਿਹੇ ਚੋਬਰ ਦੀ ਲੋੜ ਸੀ। ਜਗਨੀ ਦੇ ਪੈਦਾ ਹੋਣ ਮਗਰੋਂ ਬੇਹਯਾਈ ਦੀ ਹੱਦ ਹੋ ਗਈ, ਆਪਣੇ ਕੁਲੱਛਣਾਂ ਤੋਂ ਹਟੀ ਨਾ। ਸਾਰਾ ਪਿੰਡ ਤੋਏ ਤੋਏ ਕਰੇ। ਆਖਰ ਬੀਰਮਦਾਸ ਆਪਣੀ ਗੈਰਤ ਅੱਗੇ ਹਾਰ ਗਿਆ, ਹੋਰ ਨਮੋਸ਼ੀ ਝੱਲ ਨਾ ਹੋਈ। ਇੱਕ ਰਾਤ ਭੂਰੀ ਦੀ ਬੁੱਕਲ ਮਾਰ ਕੇ ਘਰੋਂ ਨਿਕਲ ਗਿਆ, ਅਜਿਹਾ ਗਿਆ ਮੁੜ ਕਿਧਰੇ ਦਿਖਾਈ ਨਾ ਦਿੱਤਾ। ਬਚਨੀ ਨੇ ਕੁਝ ਸਮਾਂ ਉਡੀਕਦਾ ਦਿਖਾਵਾ ਕੀਤਾ, ਆਖਿਰ ਜਗਨੀ ਨੂੰ ਚੁੱਕ ਕੇ ਆਪਣੇ ਯਾਰ ਦੇ ਘਰ ਜਾ ਵੜੀ। ਕੀ ਹੋ ਰਿਹਾ ਸੀ? ਬਾਲਕ ਜਗਨੇ ਨੂੰ ਕੋਈ ਸਮਝ ਨਹੀਂ ਸੀ, ਇੰਨਾ ਜ਼ਰੂਰ ਜਾਣ ਗਿਆ ਸੀ ਕਿ ਉਹਦਾ ਬਾਪੂ ਕਿਧਰੇ ਨੱਸ ਗਿਆ। ਇਹ ਘਰ ਉਹਦੇ ਨਵੇਂ ਬਾਪ ਦਾ ਹੈ। ਥੋੜੀ ਹੋਰ ਸੁਰਤ ਸੰਭਾਲਣ ਤੋਂ ਸਾਰਾ ਮਾਮਲਾ ਸਮਝ ਪੈਣ ਲੱਗਾ। ਰਾਠੀ ਤੇ ਉਹਦੇ ਘਰ ਵਾਲਿਆਂ ਲਈ ਜਗਨ ਕੁਝ ਵੀ ਨਹੀਂ ਸੀ। ਗੱਲ ਗੱਲ ਤੇ ਕੁੱਟ ਮਾਰ ਤੇ ਗਾਲਾਂ, ਉਤੋਂ ਪਸ਼ੂਆਂ ਵਾਂਗ ਕੰਮ ਲੈਣਾ, ਨਿੱਕਾ ਸਰੀਰ, ਨਿਆਣਾ ਮਨ ਕੀ ਕਰਦਾ। ਇੱਥੇ ਬਚਨੀ ਵੀ ਉਹਦੇ ਕਿਸੇ ਕੰਮ ਨਾ ਆਈ। ਤੇੜ ਕੱਛਾ ਗਲਮੇ ਕੁੜਤਾ ਲੈ ਕੇ ਨੰਗੇ ਪੈਰੀ ਰਮਤਾ ਹੋ ਗਿਆ। ਜਦੋਂ ਨੂੰ ਉਹਦੀ ਭਾਲ ਆਰੰਭ ਹੋਈ, ਉਹ ਨੱਕ ਦੀ ਸੇਧ ਤੁਰਦਾ ਤੁਰਦਾ ਬਹੁਤ ਦੂਰ ਨਿਕਲ ਗਿਆ। ਸੂਰਜ ਛਿਪ ਗਿਆ, ਹਨੇਰਾ ਉਤਰ ਆਇਆ। ਦੂਰ ਤੱਕ ਕੋਈ ਬਸਤੀ ਦਿਖਾਈ ਨਾ ਦਿੱਤੀ। ਭੁੱਖਣ ਭਾਣੇ ਦੀ ਨੀਂਦ ਬੇਹੋਸ਼ੀ ਵਰਗੀ ਹਾਲਤ ਹੋ ਗਈ। ਸਾਹਮਣੇ ਦਰਖਤਾਂ ਦੇ ਝੁਰਮਟ ਹੇਠਾਂ ਛੱਪਰੀ ਦਿਖਾਈ ਦਿੱਤੀ। ਡਿੱਗਦੇ ਢਹਿੰਦੇ ਦੇ ਕਦਮ ਆਪ ਮੁਹਾਰੇ ਛੱਪਰ ਵੱਲ ਹੋ ਤੁਰੇ। ਟਿੰਡਾਂ ਵਾਲਾ ਖੂਹ ਸੀ, ਔਲੂ 'ਚ ਖੜੇ ਪਾਣੀ ਨੂੰ ਹਾਬੜ ਕੇ ਪਿਆ। ਕੁਝ ਸੁਰਤ ਆਈ, ਚੈਨ ਮਿਲਿਆ। ਨਿੱਕੀ ਜਿਹੀ ਛੰਨ ਦਾ ਨਿਰੀਖਣ ਕੀਤਾ, ਇੱਥੇ ਰਾਤ ਕੱਟੀ ਜਾ ਸਕਦੀ ਸੀ। ਥੋੜਾ ਹੋਰ ਹੌਸਲਾ ਕੀਤਾ, ਇੱਧਰ ਉੱਧਰ ਗੇੜਾ ਮਾਰਿਆ, ਸ਼ਾਇਦ ਖਾਣ ਨੂੰ ਕੁਝ ਲੱਭ ਪਏ। ਜ਼ਰੂਰਤ ਕਾਢਦੀ ਮਾਂ ਹੈ। ਪਰੇ ਉੱਚੀ ਦੈੜੀ ਤੇ ਮੂੰਗਫਲੀ ਪਸਰੀ ਹੋਈ ਤੇ ਵੱਟਾਂ ਤੇ ਮੱਕੀ ਦੇ ਗੁੱਲਾਂ ਵਾਲੇ ਟਾਂਡੇ। ਚਲੋ ਆ ਕੇ ਦੋਧਾ ਤੋੜ ਲਿਆ, 2 ਬੂਟੇ ਮੂੰਗਫਲੀ ਦੇ ਪੱਟ ਲਏ। ਭੁੰਨਦਾ ਕਿਵੇਂ? ਅੱਗ ਦਾ ਕੋਈ ਸਾਧਨ ਨਹੀਂ ਲੱਭਾ। ਕੱਚੀ ਛੱਲੀ ਚੂੰਡ ਲਈ ਤੇ ਪੱਥਣਾ ਮਾਰ ਕੇ ਮੂੰਗਫਲੀ ਦੀਆਂ ਕੱਚੀਆਂ ਗਿਰੀਆਂ ਕੱਢ ਕੇ ਖਾਣ ਲੱਗ ਪਿਆ। ਉਹਨੂੰ ਆਪਣੇ ਘਰ ਇੰਨਾ ਸਵਾਦੀ ਖਾਣਾ ਕਦੇ ਨਹੀਂ ਮਿਲਿਆ ਸੀ। ਛੱਪਰ ਹੇਠਾਂ ਨਿਸੱਲ ਹੋ ਕੇ ਲੇਟ ਗਿਆ। ਪੱਤਿਆਂ ਦੀ ਖੜਖੜ ਨੇ, ਪੁਰੇ ਦੀ ਠੰਡੀ ਹਵਾ ਦੀ ਛਾਂ ਨੇ ਘੂਕ ਸਵਾਤਾ। ਮੂੰਹ ਨੇਰੇ ਕਿਸਾਨ ਆਇਆ। ਛੱਪਰੀ ਹੇਠ ਗੁੱਛਾ ਮੁੱਛਾ ਹੋਏ ਪਏ ਬੱਚੇ ਨੂੰ ਵੇਖਿਆ, ਜਗਾਇਆ ਨਾ। ਬੁੱਤੀ ਗਾਦੀ ਅੱਗੇ ਜੋੜ ਕੇ ਅੱਖਾਂ ਉੱਪਰ ਖੋਪੇ ਬੰਨ੍ਹ ਤੇ ਹਲਟੀ ਚੱਲਦੀ ਰਹੀ। ਅੱਗ ਬਾਲ ਕੇ ਚਾਹ ਧਰ ਲਈ। ਪਤੀਲੇ 'ਚ ਉਬਲਦੇ ਪਾਣੀ ਦੇ ਡੁੰਡੇ ਉੱਠਦੇ ਰਹੇ। ਗੁੜ ਚਾਹ ਦੇ ਬੁਲਬੁਲੇ ਬਣ ਫੁੱਟਦੇ ਰਹੇ। ਕਿਸਾਨ ਬੱਚੇ ਵੱਲ ਵੇਂਦਾ ਰਿਹਾ। ਸੋਚ ਵਿੱਚ ਡੁੱਬੇ ਭਾਈ ਨੇ ਪਤੀਲੀ ਲਾ ਕੇ ਹੇਠਾਂ ਰੱਖਤੀ। ਛੱਪਰੀ ਹੇਠਾਂ ਸੁੱਤੇ ਪਏ ਦੀ ਕੰਡ ਤੇ ਹੱਥ ਫੇਰ ਕੇ ਥਪਕੀਆਂ ਦੇਣ ਲੱਗਾ। ਬੱਚਾ ਤਰਬਕ ਕੇ ਬੈਠ ਗਿਆ, ਅੱਖਾਂ ਮਲੀਆਂ। ਸਾਹਮਣੇ ਬੰਦਾ ਵੇਖ ਕੇ ਨੱਸਣ ਲਈ ਤਿਆਰ ਹੋ ਗਿਆ। ਦੌੜਨ ਨਹੀਂ ਦਿੱਤਾ। ਵਗਦੇ ਪਾਣੀ 'ਚ ਨੁਹਾਇਆ, ਚਾਹ ਪਿਆਈ, ਪੁੱਛਿਆ ਘਰੋਂ ਭੱਜ ਕੇ ਆਇਆ? ਹਾਂ। ਪਿੰਡ ਕਿਹੜਾ? ਜਗਨੀ ਠੀਕ ਨਾ ਦੱਸ ਸਕਿਆ। ਕਿੱਥੇ ਜਾਵੇਂਗਾ? ਪਤਾ ਨਹੀਂ, ਦੂਰ ਜਿੱਥੋਂ ਤੱਕ ਹੋ ਸਕਿਆ। ਚੰਗਾ ਹੋਰ ਥੋੜਾ ਜਿਹਾ ਆਰਾਮ ਕਰ, ਆਖ ਕੇ ਕਿਸਾਨ ਪਾਣੀ ਦਾ ਨੱਕਾ ਮੋੜਨ ਚਲਾ ਗਿਆ। ਮੁੰਡਾ ਅੱਖ ਬਚਾ ਕੇ ਮੁੜਨ ਜਾਣੇ ਪੰਧ ਤੇ ਨਿਕਲ ਤੁਰਿਆ। ਮੰਜ਼ਿਲ ਦਾ ਨਹੀਂ ਪਤਾ ਸੀ। ਦੂਰ ਕਿਧਰੇ ਹੋਰ ਦੂਰ ਨਿਕਲ ਜਾਣ ਦੀ ਧੁੰਦ ਸਵਾਰ ਸੀ। ਉਹ ਕਿੱਥੇ ਪਹੁੰਚ ਗਿਆ ਸੀ ਨਹੀਂ ਪਤਾ ਲੱਗਾ। ਪਿੰਡ ਦੇ ਬਾਰ-ਬਾਰ ਮੋੜ ਤੇ ਡਿੱਗਾ ਪਿਆ ਸੀ। ਬੇਸੁਰਤ ਬੱਚੇ ਨੂੰ ਕੁਝ ਲੋਕਾਂ ਨੇ ਚੱਕ ਕੇ ਵੈਦ ਜੀ ਦੇ ਘਰ ਅੱਪੜਦਾ ਕਰਤਾ। ਥਕਾਵਟ ਤੇ ਭੁੱਖ ਕਰਕੇ ਅਚੇਤ ਹੋ ਗਿਆ। ਘਬਰਾਓ ਨਾ। ਨਬਜ਼ ਦੇਖਦਿਆਂ ਬੱਚੇ ਨੂੰ ਚੁੱਕ ਕੇ ਲਿਆਉਣ ਵਾਲੇ ਬੰਦਿਆਂ ਨੂੰ ਦੱਸਿਆ। ਵੈਦ ਜੀ ਨੇ ਉਪਚਾਰ ਕੀਤਾ। ਕੁਝ ਆਰਾਮ ਕਰਨ ਨਾਲ ਸੁਰਤ ਆਈ। ਥੋੜਾ ਖੁਆਣ ਪਿਆਣ ਤੋਂ ਬਾਅਦ ਉਹੀਓ ਸਵਾਲ ਮੁੜ ਪੁੱਛੇ ਗਏ, ਜਿਨ੍ਹਾਂ ਦਾ ਸਹੀ ਉੱਤਰ ਜਗਨੀ ਨੂੰ ਖੁਦ ਸੁੱਝ ਨਹੀਂ ਸੀ ਰਿਹਾ। ਟਿਕਾਣੇ ਦਾ ਪੂਰਾ ਪਤਾ ਲੱਗਣ ਤੱਕ ਇਹਨੂੰ ਜਾਣ ਨਹੀਂ ਦੇਣਾ ਕਿਧਰੇ। ਵੈਦ ਦਇਆ ਰਾਮ ਨੇ ਸਾਰਿਆਂ ਨੂੰ ਹੁਕਮ ਦੇ ਕੇ ਚੁਕੰਨਾ ਕਰ ਦਿੱਤਾ। ਜਗਨੀ ਦੇ ਲਗਭਗ ਹਾਣ ਦੀ ਉਮਰ ਦੇ ਵੈਦ ਜੀ ਦੇ ਬੇਟਾ ਤੇ ਬੇਟੀ ਨਾਲ ਰਚ ਮਿਚ ਗਿਆ। ਪ੍ਰਤਾਪੀ ਨੇ ਵੀ ਮੋਹ ਪਾੜ ਲਿਆ। ਜਗਨੀ ਉਹਦੇ ਤੀਸਰੇ ਬੱਚੇ ਵਜੋਂ ਘਰ 'ਚ ਰਲ ਗਿਆ। ਹੁਣ ਕਿਹਨੇ ਜਾਣਾ ਸੀ ਤੇ ਕਿਹਨੇ ਜਾਣ ਦੇਣਾ ਸੀ? ਵੈਦ, ਦਇਆ ਰਾਮ ਤੇ ਪ੍ਰਤਾਪੀ ਨੇ ਰੱਬ ਦੀ ਸੁਗਾਤ ਸਮਝ ਕੇ ਛਾਤੀ ਨਾਲ ਲਾ ਲਿਆ। ਜਗਨਾ ਹੁਣ ਅਨਾਥ ਨਹੀਂ ਸੀ। ਨਵੇਂ ਘਰ ਦੇ ਮੋਹ ਲਾਡ 'ਚ ਇੰਨਾ ਪਰਚਿਆ ਕਿ ਪੁਰਾਣੇ ਘਰ ਨਾਲ ਜੁੜੀਆਂ ਸਾਰੀਆਂ ਘਟਨਾਵਾਂ, ਜਿੰਨੀਆਂ ਕੁ ਉਹਦੀ ਨਿਆਣੀ ਸਮਝ ਅਨੁਸਾਰ ਚੇਤੇ ਸਨ, ਬਿਆਨ ਕਰਤੀਆਂ। ਜਗਨੀ ਦੇ ਮੂੰਹ ਉਹਦੀ ਦਰਦ ਕਹਾਣੀ ਸੁਣ ਕੇ ਪ੍ਰਤਾਪੀ ਉਹਦੇ ਹੋਰ ਨੇੜੇ ਹੋ ਗਈ, ਬਿਲਕੁਲ ਉਹਦੀ ਮਾਂ ਬਣ ਕੇ। ਭਾਵੇਂ ਜਗਨੀ ਨੂੰ ਭੈਣ ਭਰਾ ਮਿਲ ਗਏ ਸਨ, ਘਰ ਵਾਲਾ ਪਿਆਰ ਲੱਭ ਪਿਆ ਸੀ, ਦਸੌਂਟੇ ਕੱਟੇ ਗਏ ਸਨ,
ਆਪਣੀ ਬਦਚਲਣ ਮਾਂ ਜਿਸ ਕਾਰਨ ਉਹਦੇ ਬਾਪੂ ਦਾ ਮਰ ਖੱਪ ਜਾਣਾ ਤੇ ਖੁਦ ਦਾ ਇਸ ਅਵਸਥਾ ਤੱਕ ਪਹੁੰਚ ਜਾਣਾ, ਸਾਰਾ ਕੁਝ ਉਹਦੇ ਜ਼ਿਹਨ ਦਾ ਹਿੱਸਾ ਬਣ ਕੇ ਨਾਸੂਰ ਵਾਂਗ ਰਿਸ਼ਤਾ ਰਿਹਾ, ਜਿਸ ਤੋਂ ਤਾ ਉਮਰ ਖਹਿੜਾ ਨਾ ਛੁਡਾ ਸਕਿਆ। ਵੈਦ ਜੀ ਕੋਲੋਂ ਅੱਖਰ ਗਿਆਨ ਦੇ ਨਾਲ ਬਿਮਾਰੀਆਂ ਦੇ ਲੱਛਣ ਤੇ ਇਲਾਜ ਦੀਆਂ ਬਾਰੀਕੀਆਂ ਸਮਝਦਾ ਰਿਹਾ। 10-12 ਸਾਲ ਦੀ ਔਖੀ ਤਪੱਸਿਆ ਤੋਂ ਬਾਅਦ ਔਸ਼ਧੀ ਵਿਗਿਆਨ ਦਾ ਚੰਗਾ ਜਾਣੂ ਹੋ ਗਿਆ। ਪਰਿਵਾਰ ਵੱਲੋਂ ਪਿਆਰ ਤੇ ਸਾਂਝ ਨੇ ਨਰੋਏ ਤਨ ਤੇ ਮਨ ਦਾ ਤੇ ਬੁੱਧੀ ਦਾ ਮਾਲਕ ਬਣਾਤਾ। ਕੋਠਾਲੀ 'ਚ ਢਲ ਕੇ ਸੋਨਾ ਕੁੰਦਨ ਹੋ ਗਿਆ। ਦਇਆ ਰਾਮ ਨੇ ਆਯੁਰਵੈਦਿਕ ਤੇ ਯੂਨਾਨੀ ਸਿਸਟਮ ਦੇ ਬੋਰਡ ਤੋਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦਾ ਸਰਟੀਫਿਕੇਟ ਲੈ ਕੇ ਦੇ ਦਿੱਤਾ। ਲੈ ਬੱਚਾ, ਹੁਣ ਜਿੱਥੇ ਮਰਜ਼ੀ ਚਾਹੇ ਆਪਣੀ ਪ੍ਰੈਕਟਿਸ ਕਰ। ਜਿੱਥੇ ਮਰਜ਼ੀ ਕਿੱਥੇ? ਘਰੋਂ ਕੱਢਣਾ ਹੈ ਇਹਨੂੰ? ਬੜਾ ਸੌਖਾ ਹੋ ਕੇ ਆਖ ਦਿੱਤਾ ਜਿੱਥੇ ਮਰਜ਼ੀ ਜਾ। ਪ੍ਰਤਾਪੀ ਨੂੰ ਆਪਣੇ ਪਤੀ ਦੀ ਗੱਲ ਤੇ ਹਰਖ ਜਿਹਾ ਆਇਆ। ਚਿੜੀ ਜਨੌਰ ਆਪਣੇ ਬੋਟ ਪਾਲਦੇ ਨੇ, ਖੰਭ ਉੱਗਣ ਆਉਣ ਤੇ ਉੱਡਣਾ ਸਿਖਾਉਂਦੇ ਨੇ, ਫਿਰ ਉੱਚੇ ਅਸਮਾਨੀ ਉੱਡਣ ਲਈ ਖੁੱਲ੍ਹਾ ਛੱਡ ਦਿੰਦੇ ਨੇ। ਸਾਰੀ ਉਮਰ ਆਪਣੀ ਹਿੱਕ ਨਾਲ ਨਹੀਂ ਲਾਈ ਰੱਖਦੇ। ਇਹ ਜ਼ਮਾਨੇ ਦਾ ਦਸਤੂਰ ਹੈ। ਭਲੀਏ ਲੋਕੇ, ਵੈਦ ਜੀ ਦੇ ਮੂੰਹ ਜੀਵਨ ਮੂਲਕ ਸੱਚ ਦਾ ਰਹੱਸ ਬੋਲ ਰਿਹਾ ਸੀ, ਜਦੋਂ ਕਿ ਪ੍ਰਤਾਪੀ ਅੰਦਰੋਂ ਇੱਕ ਕਰੁਣਾਮਈ ਮਾਂ ਬੋਲ ਰਹੀ ਸੀ। ਇੱਕ ਸੰਸਾਰੀ ਸੀ, ਦੂਜਾ ਭੰਡਾਰੀ, ਦੋਵੇਂ ਆਪਣੀ ਥਾਂ ਠੀਕ ਸਨ। ਜਗਨਦਾਸ ਦਇਆਰਾਮ ਦੇ ਚਰਨੀ ਡਿੱਗ ਪਿਆ। ਉੱਡਣਾ ਸਿਖਾ ਦਿੱਤਾ ਤਾਂ ਆਜ਼ਾਦ ਛੱਡ ਕੇ ਵੀ ਦੇਖੋ। ਮੈਂ ਹੋਰ ਕਿੱਥੇ ਜਾਣਾ? ਥੱਕ ਹੰਭ ਕੇ ਮੁੜ ਘੁੜ ਕੇ ਆਖਰ ਮਾਂ ਦੀ ਗੋਦ 'ਚ ਹੀ ਆਉਣਾ। ਮੇਰਾ ਹੋਰ ਕਿੱਥੇ ਟਿਕਾਣਾ ਹੋਣਾ? ਏਦੋਂ ਵਧੀਆ। ਭਾਵੇਂ ਦਇਆਰਾਮ ਚਿੰਤਤ ਜ਼ਰੂਰ ਸੀ, ਪਰ ਜਗਨੀ ਉੱਪਰ ਭਰੋਸਾ ਸੀ ਕਿ ਇਹ ਹੁਣ ਜਿੱਥੇ ਮਰਜ਼ੀ ਰਹੇ, ਸਮੇਂ ਦੀ ਮਾਰ ਖਾਣ ਵਾਲਾ ਨਹੀਂ ਰਿਹਾ। ਤੁਰ ਫਿਰ ਕੇ ਟਿਕਾਣਾ ਵੇਖਿਆ। ਖੋਤੜੇ ਪਿੰਡ ਦੀ ਢਾਬ ਕਿਨਾਰੇ ਹਰੇ ਭਰੇ ਦਰਖਤਾਂ ਦੀ ਠੰਡੀ ਛਾਂ ਥੱਲੇ ਡੇਰਾ ਜਮਾ ਲਿਆ। ਪ੍ਰਤਾਪੀ ਦੀ ਕੋਈ ਪੇਸ਼ ਨਾ ਗਈ। ਵੈਦ ਦਇਆਰਾਮ ਆਪਣੇ ਸ਼ਿਸ਼ ਨੂੰ ਹੋਰ ਵਿਕਸਦਾ, ਹੋਰ ਮੌਲ ਦਾ ਵੇਖਣਾ ਚਾਹੁੰਦਾ ਸੀ। ਉਹਦਾ ਚਕੰਨਾ ਨਿਰੀਖਕ ਵੀ ਬਣਿਆ ਰਿਹਾ। ਜਗਨੀ ਨੇ ਜੁਗਨਦਾਸ ਤੇ ਉਸ ਤੋਂ ਅੱਗੇ ਕੁਟੀ ਵਾਲੇ ਵੈਦ ਬਾਬੇ ਦੇ ਰੂਪ 'ਚ ਆਪਣੀ ਪਛਾਣ ਬਣਾ ਲਈ। ਬੇਸ਼ੱਕ ਖੋਤੜੇ 'ਚ ਉਹ ਇਕੱਲਾ ਸੀ, ਪਰ ਗੁਰਦੇਵ ਪਿਤਾ ਤੇ ਮਾਂ ਪ੍ਰਤਾਪੀ ਦੇ ਘਰ ਦੀਆਂ ਮਹੀਨ, ਪਵਿੱਤਰ ਤੇ ਪਿਆਰੀਆਂ ਯਾਦਾਂ ਦੀ ਪੰਡ ਬਣ ਕੇ ਨਾਲ ਲਿਆਇਆ ਸੀ। ਦੂਸਰੀ ਗਠੜੀ 'ਚ ਆਪਣੇ ਬਾਪੂ ਘਰ ਦੀਆਂ ਕੁਸੈਲੀਆਂ ਯਾਦਾਂ ਨਾਲ ਬੰਨੀ ਫਿਰਦਾ ਰਿਹਾ। ਦੋਹਾਂ ਤਜਰਬਿਆਂ 'ਚ ਜ਼ਮੀਨ ਅਸਮਾਨ ਦਾ ਅੰਤਰ। ਇੱਕ ਕੌੜਾ ਗੰਦਾ ਨਿਰਮੋਹੀ ਸੱਚ, ਦੂਜਾ ਮਿੱਠਾ ਉੱਜਲ ਤੇ ਮੂੰਹ ਗੁੱਤਾ ਸੱਚ। ਚਿੱਟੇ ਕੱਪੜਿਆਂ 'ਚ ਲਿਪਟਿਆ ਕੁਟੀ ਵਾਲਾ ਬਾਬਾ ਕੋਈ ਸਾਧੂ ਨਹੀਂ ਸੀ, ਪਰ ਘਰ ਗ੍ਰਸਤੀ ਬਾਰੇ ਵੀ ਕਦੇ ਸੋਚਿਆ ਨਹੀਂ। ਕਾਠਗੜ੍ਹ ਜਾਂਦਾ ਤਾਂ ਮਾਂ ਹੱਥੋਂ ਪੱਕੀਆਂ ਦਾ ਸਵਾਦ ਚੱਖ ਆਉਂਦਾ, ਨਹੀਂ ਤਾਂ ਕੁਟੀ ਦੀ ਯਾਰਾਂ ਦੀ ਹਵੇਲੀ ਲੱਗਦੀ। ਆਥਣ ਤੜਕੇ 4 ਗੁੱਲੜ ਪਕਾ ਲੈਂਦਾ, ਛਕ ਲੈਂਦਾ, ਮਰੀਜ਼ ਵੇਖਦਾ, ਦਵਾ ਦਾਰੂ ਤਿਆਰ ਕਰਦਾ, ਗ੍ਰੰਥ ਪੜ੍ਹਦਾ, ਸੌਂ ਰਹਿੰਦਾ। ਹੋਰ ਕੋਈ ਵੈਲ ਨਹੀਂ ਸੀ। ਇਸੇ ਲਈ ਲੋਕ ਉਹਨੂੰ ਵੈਦ ਜੀ ਘੱਟ ਆਖਦੇ, ਬਾਬਾ ਵੱਧ। ਉਂਝ ਜਦੋਂ ਖੋਤੜੇ ਨਵਾਂ ਆਇਆ ਸੀ, ਉਦੋਂ 20-22 ਸਾਲਾਂ ਦਾ ਮਛੋਰ ਮੁੰਡਾ ਸੀ। ਆਪਣੇ ਆਚਰਨ ਦੀ ਸ਼ੁੱਧਤਾ ਕਰਕੇ, ਮਿਲਣਸਾਰ ਵਿਹਾਰ ਕਰਕੇ ਪਿੰਡ ਦੀਆਂ ਬੁੱਢੀਆਂ ਮਾਈਆਂ ਦਾ ਵੀ ਬਾਬਾ ਹੋ ਗਿਆ। ਪਹਿਲ ਕਈ ਠਾਂਗਰ ਤੀਵੀਆਂ ਕਾਣੀ ਅੱਖ ਵਿੱਚੋਂ ਲਲਚਾਈ ਭਾਵਨਾ ਨਾਲ ਵੇਖਦੀਆਂ ਵੀ ਸਨ, ਪਰ ਬਾਬੇ ਦੇ ਸਫੈਦ ਵਸਤਰਾਂ ਤੋਂ ਡਰ ਜਾਂਦੀਆਂ। ਬਾਬੇ ਕੋਲ ਅਜਿਹੀ ਚਾਲੂ ਕਿਸਮ ਦੀ ਬਿਮਾਰੀ ਦਾ ਇਲਾਜ ਵੀ ਕੋਈ ਨਹੀਂ ਸੀ। ਇਵੇਂ ਕੁਝ ਕਾਢੂ ਕਿਸਮ ਦੇ ਲੋਕ ਬਾਬੇ ਨੂੰ ਤੀਵੀਆਂ ਮਾਠਣ ਵਾਲਾ ਸਾਧ ਸਮਝਦੇ ਰਹੇ। ਬਾਬੇ ਦੀ ਕੋਈ ਪੋਲ ਨਾ ਹੈ ਸੀ ਤੇ ਨਾ ਉਹਨਾਂ ਨੂੰ ਕੋਈ ਖੁੱਲ੍ਹਦੀ ਦਿਸੀ। ਹਾਰ ਹੰਭ ਕੇ ਉਹਨਾਂ ਨੇ ਵੈਦ ਜੀ ਨੂੰ ਬਾਬਾ ਤਸਲੀਮ ਕਰ ਲਿਆ। ਹੁਣ ਸਾਰੇ ਖਰੂਦੀਏ ਲੋਕ ਸੋਚਣ ਲੱਗ ਪਏ, ਹੋਰ ਬਾਬਿਆਂ ਦੇ ਕਿਹੜੇ ਟੱਲ ਲਮਕਦੇ ਹੁੰਦੇ ਨੇ। ਬੰਦਾ ਤੀਵੀਂ ਆਵਾਜ਼ ਨਾ ਹੋਵੇ, ਕਿਸੇ ਨੂੰ ਚੰਗਾ ਮੰਦਾ ਬੋਲਣ ਵਾਲਾ ਨਾ ਹੋਵੇ, ਉਸੇ ਨੂੰ ਤਾਂ ਬਾਬਾ ਆਖਦੇ ਨੇ। ਕੁੱਲ ਮਿਲਾ ਕੇ ਬਾਬੇ ਦੀ ਪੈਂਟ ਭਲੇ ਪੁਰਸ਼ ਤੇ ਪਰਉਪਕਾਰੀ ਜੀਵ ਵਾਲੀ ਸੀ। ਘੁੰਡ ਕੱਢ ਕੇ ਖੈਰ ਨਾ ਪਾਈਏ, ਸਾਧੂ ਹੁੰਦੇ ਰੱਬ ਵਰਗੇ। ਪਾਠ 21ਵਾਂ। ਚੰਦੂ ਕੌੜੀ ਵੇਲ ਵਾਂਗ ਵੱਧ ਰਿਹਾ ਸੀ। ਕਦੋਂ ਦਾ ਸਕੂਲ ਜਾਣ ਲੱਗ ਪਿਆ ਸੀ। ਸਾਧੂ ਜਾਂ ਦਰਸ਼ਨ ਭੂਆ ਕੋਲ ਆਉਂਦੇ ਰਹਿੰਦੇ। ਕਦੇ ਕਦਾਈ ਘਰ ਦੀ ਲਿਪ ਪੋਚ ਜਾਂ ਦਾਣਾ ਫੱਕਾ ਸਾਂਭਣ ਦੇ ਬਹਾਨੇ ਸਤਨਾਮੀ ਆਪਣੀ ਭੂਆ ਸੱਸ ਦੇ ਦਰਸ਼ਨ ਕਰ ਜਾਂਦੀ। ਮੇਰ ਦਾ ਵਿਹਾਰ ਸਭ ਨਾਲ ਬੜਾ ਸੰਕੋਚਵਾਂ ਹੁੰਦਾ। ਬਹੁਤਾ ਘੁਲਦੀ ਮਿਲਦੀ ਨਾ, ਖੋਈ ਚੁੱਪ ਕੀਤੀ ਜੀ ਫਿਰਦੀ ਰਹਿੰਦੀ। ਜੇ ਕਦੇ ਕੋਈ ਸਾਬੀ ਦੀ ਗੱਲ ਛੇੜ ਲੈਂਦਾ ਤਾਂ ਤੜਫ ਜਾਂਦੀ, ਅੰਦਰੋਂ ਅੰਦਰ ਘੁੱਟੀ ਵੱਟੀ ਲੈਂਦੀ। ਸਾਬੀ ਭਾਵੇਂ ਲੱਖ ਮਾੜਾ ਸੀ, ਪਰ ਹੈ ਤਾਂ ਇਸ ਘਰ ਦਾ ਇਕਲੌਤਾ ਮੁੱਢ। ਮੇਰ ਦਾ ਰਵੱਈਆ ਸਾਰਿਆਂ ਨੂੰ ਬੁਰਾ ਲੱਗਦਾ, ਪਰ ਉਹ ਜਰ ਲੈਂਦੇ। ਮੇਰ ਨੂੰ ਇਸ ਮਾਮਲੇ 'ਚ ਟੋਕਣ ਆਖਣ ਦਾ ਟਾਈਮ ਕਿਸੇ ਪਾਸ ਨਹੀਂ ਸੀ। ਸਾਹਿਬ ਦੀਆਂ ਮੇਰ ਹੋਰਾਂ ਨਾਲ ਕੀਤੀਆਂ ਜ਼ਿਆਦਤੀਆਂ ਕਿਤੇ ਛੋਟੀ ਮੋਟੀ ਗੱਲ ਸੀ। ਕੀ ਦਿੱਤਾ ਉਹਨੇ ਮੇਰ ਜਾਂ ਇਸ ਘਰ ਨੂੰ, ਸਿਵਾਏ ਵਧੀਕੀਆਂ ਬਦਨਾਮੀਆਂ ਦੇ?
ਕੀ ਇਹਦੇ ਬਦਲ 'ਚ ਉਹਦਾ ਗੁੱਸਾ ਕਰਨਾ, ਹਰਖ ਰੱਖਣਾ ਨਜਾਇਜ਼ ਸੀ? ਦਰਸ਼ਨ ਮੂੰਹ ਦਾ ਖਰਾ ਮੁੰਡਾ ਸੀ। ਸਾਬੀ ਦੇ ਚਾਲ ਚੱਲਣ ਦੀ ਹਮਾਇਤ ਨਹੀਂ ਸੀ ਕਰਦਾ, ਇਸ ਲਈ ਉਹਨੂੰ ਚੰਗਾ ਨਹੀਂ ਸਮਝਦਾ ਸੀ। ਮੇਹਰ ਨੂੰ ਦਰਸ਼ੀ ਦੀ ਇਹ ਗੱਲ ਚੰਗੀ ਲੱਗਦੀ। ਉਹਨੂੰ ਲੱਗਦਾ ਦਰਸ਼ਨ ਉਹਦੇ ਦੁੱਖ ਨੂੰ ਸਮਝਦਾ ਹੈ, ਇਸ ਲਈ ਦਰਸ਼ਨ ਨਾਲ ਕੁਝ ਪਟਣ ਲੱਗ ਪਈ। ਦਰਸ਼ਨ ਨੂੰ ਦੇਖਣ ਸਾਰ ਮੇਹਰ ਦੇ ਚਿਹਰੇ ਤੇ ਰੌਣਕ ਝਲਕਣ ਲੱਗ ਪੈਂਦੀ। ਚੰਦ ਨੂੰ ਆਖਦੀ, ਉਹ ਤੇਰਾ ਚਾਚਾ ਆ ਗਿਆ। ਜਲਕੌਰ ਨੂੰ ਡਰ ਲੱਗਦਾ ਕਿ ਕਿਤੇ ਰਿਸ਼ਤਾ ਕੋਈ ਹੋਰ ਸ਼ਕਲ ਅਖਤਿਆਰ ਨਾ ਕਰ ਲਏ। ਭਾਵੇਂ ਉਹਨੂੰ ਦਰਸ਼ੀ ਤੇ ਪੂਰਾ ਇਤਬਾਰ ਸੀ ਕਿ ਮੁੰਡਾ ਅਜਿਹਾ ਨਹੀਂ, ਫਿਰ ਵੀ ਨਿਗਰਾਨੀ ਰੱਖਦੀ, ਇਕੱਲਿਆਂ ਬੈਠਣ ਦਾ ਮੌਕਾ ਘੱਟ ਦਿੰਦੀ। ਦੂਜੇ ਪਾਸੇ ਦਰਸ਼ਨ ਚਾਹੁੰਦਾ ਸੀ ਕਿ ਮੇਹਰ ਆਪਣੀ ਉਦਾਸੀ 'ਚੋਂ ਬਾਹਰ ਨਿਕਲੇ, ਖੁੱਲ੍ਹ ਕੇ ਕਹੇ, ਖੁਸ਼ ਰਹੇ, ਹੱਸਦੀ ਖੇਡਦੀ, ਭਾਵੇਂ ਕੁਝ ਸਮੇਂ ਲਈ ਹੀ ਸਹੀ। ਸਾਹਿਬ ਸਿੰਘ ਦੀ ਸਜ਼ਾ ਪੂਰੀ ਹੋਣ ਵਾਲੀ ਸੀ। ਜਲਕੌਰ ਮਾਂ ਸੀ, ਪੁੱਤ ਦੀ ਬੇਸਬਰੀ ਨਾਲ ਉਡੀਕ ਸੀ। ਉਹਨੇ ਕੰਧ ਉੱਪਰ ਕੋਲੇ ਨਾਲ ਲਕੀਰਾਂ ਵਾਹ ਲਈਆਂ। ਰੋਜ਼ ਇੱਕ ਲਕੀਰ ਕੱਟ ਦਿਆ ਕਰੇ। ਅੱਜ 10 ਰਹਿ ਗਈਆਂ, ਅੱਜ 9। ਮੇਹਰ ਨੂੰ ਕੋਈ ਉਡੀਕ ਨਹੀਂ ਸੀ, ਸਗੋਂ ਡਰ ਸੀ ਕਿ ਆ ਕੇ ਖਬਰੇ ਕੀ ਕੁੱਤਪੁਣਾ ਕਰੂਗਾ। ਚੰਦੂ ਬਾਰੇ ਉਹ ਕੀ ਸੋਚਦਾ ਹੋਊਗਾ। ਕੇਵਲ ਬੁਰੇ ਖਿਆਲਾਂ ਦੀ ਉਲਝਣ 'ਚ ਫਸੀ ਰਹੀ। ਇਸ ਸੰਦਰਭ 'ਚ ਘਰ 'ਚ ਰਹਿ ਰਹੀਆਂ 2 ਜਨਾਨੀਆਂ ਇੱਕ ਵਾਰ ਫੇਰ ਇੱਕ ਦੂਜੇ ਵੱਲ ਪਿੱਠ ਕਰਕੇ ਬੈਠ ਗਈਆਂ। ਸਾਬੀ ਦੀ ਆਮਦ ਨੂੰ ਆਪਣੇ ਆਪਣੇ ਹਿਸਾਬ ਨਾਲ ਵੇਖ ਰਹੀਆਂ ਸਨ। ਮਾਂ ਪੁੱਤ ਨੂੰ ਉਡੀਕ ਰਹੀ ਸੀ ਤੇ ਮੇਹਰ ਆਪਣੇ ਗੁਨਾਹਗਾਰ ਨੂੰ। ਪੁਲਿਸ ਦੀ ਵੈਗਨ ਸਾਹਿਬ ਸਿੰਘ ਦੇ ਘਰ ਅੱਗੇ ਆ ਖੜੀ ਹੋਈ। ਥਾਣੇਦਾਰ ਤੇ 2-3 ਸਿਪਾਹੀ ਬਾਗਲ ਦਾ ਬਾਰ ਲੰਘ ਕੇ ਅੰਦਰ ਆ ਗਏ। ਘਰ ਦਾ ਸਰਸਰੀ ਜਿਹਾ ਮੁਆਇਨਾ ਕੀਤਾ। ਜਲਕੌਰ ਨੇ ਘਬਰਾ ਕੇ ਪੁੱਛਿਆ, ਦੱਸੋ ਭਾਈ, ਇਹ ਘਰ ਸਾਹਿਬ ਸਿੰਘ ਦਾ ਹੈ? ਥਾਣੇਦਾਰ ਨੇ ਜਾਣਨਾ ਚਾਹਿਆ। ਜਲਕੌਰ ਦੇ ਹਾਂ ਆਖਣ ਤੇ ਥਾਣੇਦਾਰ ਨੇ ਇਸ਼ਾਰਾ ਕੀਤਾ। ਗੱਡੀ 'ਚੋਂ ਚਿੱਟੇ ਕੱਪੜੇ ਨਾਲ ਢਕੀ ਲਾਸ਼ ਤ੍ਰਿਵੈਣੀ ਹੇਠਾਂ ਲਿਆ ਧਰੀ। ਮੂੰਹ ਤੋਂ ਕੱਪੜਾ ਸਰਕਾਤਾ। ਪੁੱਤ ਨੂੰ ਪਛਾਣ ਕੇ ਜੱਲੋ ਨੇ ਉੱਚੀ ਕੂਕ ਮਾਰੀ ਤੇ ਲੋਥ ਉੱਪਰ ਡਿੱਗ ਪਈ। ਮੇਹਰ ਉਵੇਂ ਖੜੀ ਰਹੀ, ਨਾ ਰੋਈ ਨਾ ਚੀਕੀ, ਠਠੰਬਰੀ, ਭੈ ਭੀਤ, ਭਾਵਹੀਣ ਸਿਲ ਪੱਥਰ ਬਣੀ। ਪਲਾਂ ਛਿਨਾਂ 'ਚ ਸਾਬੀ ਦੀ ਮੌਤ ਦੀ ਖਬਰ 4 ਚੁਫੇਰੇ ਉੱਡ ਤੁਰੀ। ਹੋਰ ਲੋਕ ਆ ਗਏ। ਥਾਣੇਦਾਰ ਨੇ ਮਾਹੌਲ ਦੇ ਥੋੜਾ ਸ਼ਾਂਤ ਹੋਣ ਦੀ ਉਡੀਕ ਕੀਤੀ। ਗੁਆਂਢੀਆਂ ਨੇ ਅੰਦਰੋਂ ਕੁਝ ਪੱਟੀਆਂ ਲਿਆ ਕੇ ਵਿਛਾ ਦਿੱਤੀਆਂ। ਪਾਣੀ ਧਾਣੀ ਦੇ ਬੰਦੋਬਸਤ 'ਚ ਲੱਗ ਗਏ। ਕੁਝ ਔਰਤਾਂ ਨੇ ਜਲਕੌਰ ਨੂੰ ਸੰਭਾਲਿਆ। ਪਾਣੀ ਦੀ ਘੁੱਟ ਅੰਦਰ ਲੰਘਾ ਕੇ ਥੋੜੀ ਚੇਤਨਾ ਪਰਤ ਆਈ। ਧਾ ਮਾਰਦੀ ਨੇ ਥਾਣੇਦਾਰ ਨੂੰ ਸਵਾਲ ਕੀਤਾ, ਵੇ ਪੁੱਤਾ, ਇਹ ਕੀ ਹੋ ਗਿਆ? ਮਾਤਾ, ਸਾਨੂੰ ਤਾਂ ਕਿਸੇ ਨੇ ਇਤਲਾਹ ਦਿੱਤੀ ਵੀ ਨਹਿਰ ਦੇ ਝਾਲ ਵਾਲੇ ਪੁਲ ਕੋਲ ਕਿਸੇ ਬੰਦੇ ਦੀ ਲਾਸ਼ ਪਈ ਹੈ। ਅਸੀਂ ਬੰਦੇ ਬਾਰੇ ਦਰਿਆਫਤ ਕੀਤੀ। ਜੇਲ੍ਹ 'ਚ ਵੀ ਵਾਇਰਲੈਸ ਤੇ ਗੱਲ ਹੋਈ। ਪਤਾ ਲੱਗਿਆ ਲਾਸ਼ ਸਾਹਿਬ ਸਿੰਘ ਦੀ ਹੈ, ਜਿਹੜਾ ਅੱਜ ਸਵੇਰੇ ਜੇਲ੍ਹ 'ਚੋਂ ਰਿਹਾ ਹੋਇਆ ਸੀ। ਆਪੇ ਤਾਂ ਮਰਿਆ ਨਹੀਂ, ਕਤਲ ਦਾ ਕੇਸ ਲੱਗਦਾ ਹੈ। ਪਿੰਡੇ ਉੱਤੇ ਪਏ ਜ਼ਖਮਾਂ ਦੇ ਨਿਸ਼ਾਨਾਂ ਤੋਂ ਫਿਲਹਾਲ ਇਹੋ ਅੰਦਾਜ਼ਾ ਲਾਇਆ ਜਾ ਸਕਦਾ ਹੈ। ਥਾਣੇਦਾਰ ਨੇ ਘਟਨਾ ਦੀ ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਲਾਸ਼ ਸੰਬੰਧੀ ਜ਼ਰੂਰੀ ਲਿਖਾ ਪੜ੍ਹੀ ਕੀਤੀ। ਕੁਝ ਦਸਖਤ ਅੰਗੂਠੇ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰਕੇ ਚਲਾ ਗਿਆ। ਕਿਵੇਂ ਮਰਿਆ, ਕਿਹਨੇ ਮਾਰਿਆ, ਕਿਉਂ ਮਾਰਿਆ ਵਰਗੇ ਅਨੇਕਾਂ ਸਵਾਲਾਂ ਦੀਆਂ ਕਿਆ ਸਰਾਈਆਂ ਤੋਂ ਤੋਤਕੜੇ ਬਣ ਗਏ। ਇਹੋ ਜਿਹਿਆਂ ਦੇ ਦੁਸ਼ਮਣੀ ਹੁੰਦੇ ਨੇ, ਦੋਸਤ ਕੌਣ ਹੁੰਦਾ ਹੈ? ਕੀ ਬੁਰਾ ਹਾਲ ਕੀਤਾ ਹੈ ਵਿਚਾਰੇ ਦਾ। ਮੇਰਾ ਤਾਂ ਜੀ ਕੱਚਾ ਹੁੰਦਾ ਹੈ ਬਿੰਨੀ ਪਈ ਲੋਥ ਦੇਖ ਕੇ। ਬਾਈ ਅੱਗੇ ਕਿਹੜਾ ਘਰਦਿਆਂ ਵਾਸਤੇ ਜਿਉਂਦਾ ਸੀ, ਜਿਹਨੂੰ ਅੱਜ ਮਰਿਆ ਆਖੀ ਜਾਂਦੇ ਆ। ਚੰਦਰੇ ਨੇ ਆਪਣੇ ਕੀਤੇ ਪਾਪ ਮੂਹਰੇ ਆ ਗਏ। ਮਾੜਾ ਚੰਗਾ ਜੋ ਵੀ ਸੀ, ਹੈ ਤਾਂ ਘਰ ਦਾ ਪੁੱਤ। ਹਾਂ, ਉਹਨਾਂ ਦਾ ਦਿਲ ਪੁੱਛਿਆ ਜਾਣਾ ਚਾਹੀਦਾ ਜਿਨ੍ਹਾਂ ਦਾ ਮਰ ਗਿਆ। ਚਲੋ ਮਰ ਗਿਆ, ਮਰਾ ਗਿਆ। ਇਹਦੇ ਕਿਰਿਆ ਕਰਮ ਦਾ ਪ੍ਰਬੰਧ ਕਰੀਏ ਕੋਈ। ਘਰ 'ਚ ਕੱਲੀਆਂ ਤੀਵੀਆਂ ਮਾਣੀਆਂ ਨੇ। ਆ ਕੇ ਗੁਆਂਢੀਆਂ ਦਾ ਭਾਗੂ ਆਪਣੀ ਮਾਸੀ ਲੱਗਦੀ ਜਲਕੌਰ ਕੋਲ ਚਲਾ ਗਿਆ। ਮਾਸੀ ਦਿਨ ਛਿਪਣ ਵਾਲਾ ਹੋ ਚੱਲਿਆ। ਟਿੱਕੀ ਛਿਪਣ ਤੋਂ ਪਹਿਲਾਂ ਸੰਸਕਾਰ ਕਰ ਦਈਏ ਜਾਂ ਕਿਸੇ ਨੂੰ ਉਡੀਕਣਾ, ਨਹੀਂ ਤਾਂ ਤੜਕੇ ਹੋ ਸੰਸਕਾਰ ਫਿਰ ਹੁੰਦੀ। ਮਾਸੀ ਨੇ ਪ੍ਰਵਾਨਗੀ ਵਜੋਂ ਹਾਂ ਕਰਤੀ। ਲੱਕੜਾਂ ਛਿਟੀਆਂ ਪਾਥੀਆਂ ਦੀ ਚਿਖਾ 'ਚ ਸਾਬੀ ਦੀ ਲਾਸ਼ ਚਿਣਤੀ। ਸੁੱਕੀ ਬੱਬੜ ਦਾ ਰੁੱਗ ਚੰਦੂ ਦੇ ਹੱਥ ਫੜਾਤਾ। ਲੈ ਪੁੱਤ, ਆਪਣੇ ਬਾਪੂ ਦੀ ਚਿਤਾ ਨੂੰ ਅਗਨੀ ਦੇ। ਆਖ ਕੇ ਚਿਤਾ ਨੂੰ ਲਾਂਬੂ ਲਾਤਾ। ਸਾਬੀ ਆਪਣੇ ਪਾਪਾਂ ਦੀ ਪੰਡ ਸਮੇਤ ਆਪਣੀ ਸਾਰੀ ਖੇਡ ਖਤਮ ਕਰ ਚੱਲਿਆ ਸੀ। ਚਿਖਾ ਬੁਝ ਗਈ। ਕਾਣਾ ਮਕਾਣਾ ਆਈ ਜਾਈ ਗਈਆਂ। ਸਾਕ ਸੰਬੰਧੀ ਪਿੰਡ ਦੇ ਲੋਕ ਸਾਬੀ ਦੇ ਜੀਵਨ ਦੀ ਕਹਾਣੀ ਦੇ ਧੂਏ ਦੇ ਗੁਬਾਰ 'ਚ ਬਦਲਾਂ ਦੀਆਂ ਬਣਦੀਆਂ ਮਿਟਦੀਆਂ ਬੇਢਵੀਆਂ ਸ਼ਕਲਾਂ ਵੇਖਦੇ ਰਹੇ। ਜਿਹਦਾ ਨਾ ਆਉਣਾ ਨਾ ਜਾਣਾ ਕਿਸੇ ਵੀ ਤਰ੍ਹਾਂ ਜੀਵਨ ਸਫਲਾ ਨਹੀਂ ਸੀ। ਅੱਕ ਦੀ ਨਾ ਖਾਈਏ ਕੱਕੜੀ ਵੇ ਰਾਜਿਆ, ਸੱਪ ਦਾ ਨਾ ਖਾਈਏ ਮਾਸ, ਨਾਰ ਪਰਾਈ ਸੇਕਿਆ ਵੇ ਰਾਜਿਆ, ਪਾਣੀ ਵਰਗਾ ਸਵਾਦ। ਪਾਠ 22। ਜੇਕਰ ਬਗਾਨਿਆਂ ਵਿਚਕਾਰ ਦਰਦਾਂ ਦਾ ਰਿਸ਼ਤਾ ਜੁੜ ਜਾਏ ਤਾਂ ਦਿਲਾਂ 'ਚ ਕਿਸੇ ਹੋਰ ਲੋਭ ਵਾਸਤੇ ਥਾਂ ਨਹੀਂ ਰਹਿੰਦੀ, ਸਿਵਾਏ ਦੁੱਖ ਦਰਦ ਵੰਡਾਉਣ ਦੇ ਲਾਲਚ ਤੋਂ। ਅਜਿਹਾ ਸੰਬੰਧ ਵੱਧ ਮਜ਼ਬੂਤ ਤੇ ਸਥਾਈ ਹੁੰਦਾ ਹੈ। ਮੇਹਰ ਦਾ ਕ੍ਰੋਧ, ਨਫ਼ਰਤ
ਸਾਬੀ ਦੇ ਮਰਨ ਨਾਲ ਮੁੱਕ ਗਿਆ। ਹੁਣ ਗੁੱਸਾ ਕਿਹਦੇ ਤੇ, ਨਫ਼ਰਤਾਂ ਬੀਜਣ ਵਾਲਾ ਤੁਰ ਗਿਆ। ਇਸ ਭਲੀ ਔਰਤ ਨਾਲ ਕਾਹਦਾ ਰੁੱਸਾ? ਮੇਰ ਲਈ ਜਲਕੌਰ ਭਲੀ ਔਰਤ ਪਹਿਲਾਂ ਵੀ ਸੀ ਤੇ ਹੁਣ ਹੋਰ ਵੱਧ ਨਜ਼ਰ ਆਉਣ ਲੱਗੀ। ਚੰਦੂ ਦੀ ਆਮਦ ਨੇ ਜਲਕੌਰ ਤੇ ਮੇਰ ਦੇ ਆਪਣੇ ਬਗਾਨੇ ਹੋਣ ਦੇ ਫਰਕ ਨੂੰ ਕਾਫੀ ਹੱਦ ਤੱਕ ਘੱਟ ਕਰਤਾ। ਉਹ ਅੱਜ ਵੀ ਮੇਰ ਤੇ ਜੱਲੋ ਦੇ ਬਰਾਬਰ ਦੇ ਮੋਹ ਦਾ ਕੇਂਦਰ ਬਿੰਦੂ ਸੀ। ਸਾਬੀ ਦੇ ਹੁੰਦਿਆਂ ਹੋਰ ਗੱਲ ਸੀ। ਇਸ ਸਮੇਂ ਦੌਰਾਨ ਮੇਰ ਨੇ ਨਾ ਤਾਂ ਕਦੇ ਇਸ ਘਰ ਨੂੰ ਆਪਣਾ ਸਮਝਿਆ, ਨਾ ਜਲਕੌਰ ਨਾਲ ਦਿਲੋਂ ਕੋਈ ਸਕੀਰੀ ਬਣਾਈ। ਸਾਰਾ ਕੁਝ ਰਸਮੀ ਬੋਲਚਾਲ ਜਾਂ ਕੰਮ ਧੰਦੇ ਦੀ ਸਾਂਝ ਸੀ। ਦਿਲੋਂ ਪਿਆਰ ਉਬਾਲਾ ਮਾਰੇ, ਇਹ ਭਾਵਨਾ ਦੋਵੇਂ ਪਾਸਿਓਂ ਨਾ ਬਰਾਬਰ ਸੀ। ਸਮੇਂ ਦੀ ਬੇਕਿਰਕ ਪਲਟੀ ਨੇ ਜਲਕੌਰ ਨੂੰ ਅਸਲੋਂ ਤੋੜ ਕੇ ਰੱਖਤਾ। ਪਹਿਲਾਂ ਪਤੀ ਦੀ ਸਤਾਈ ਤੇ ਪੁੱਤ ਦੇ ਤੁਰ ਜਾਣ ਦੀ ਪੀੜਾ, ਸਾਰੀ ਉਮਰ ਦਾ ਰੋਣਾ ਪੱਲੇ ਪੈ ਗਿਆ ਸੀ। ਵਿਚਾਰੀ ਜੱਲੋ ਨੇ ਕਦੇ ਸੁੱਖ ਦਾ ਸਾਹ ਨਾ ਦੇਖਿਆ। ਮੇਰ ਨੂੰ ਜਲਕੌਰ ਦੇ ਦੁੱਖਾਂ ਉੱਪਰ ਤਰਸ ਆਇਆ। ਆਪਣੇ ਦੁੱਖ ਭੁੱਲ ਕੇ ਜਲਕੌਰ ਦੇ ਦੁੱਖਾਂ ਦੀ ਸੀਰੀ ਹੋ ਜਾਣ ਨਾਲ ਬੋਝ ਵੰਡਿਆ ਜਾ ਸਕਦਾ ਹੈ। ਇਹੋ ਭਾਵਨਾ ਨੇ ਲੰਬੇ ਸਮੇਂ ਤੋਂ ਇਕੱਠਿਆਂ ਰਹਿਣ ਦੇ ਬਾਵਜੂਦ ਅਜਨਬੀ ਹੋ ਕੇ ਰਹਿਣ ਦੀ ਦੂਰੀ ਖਤਮ ਕਰ ਦਿੱਤੀ। ਥੋੜੇ ਦਿਨਾਂ 'ਚ ਸੁਲਹ ਸਫਾਈ ਹੁੰਦੀ ਪਿਆਰ ਸਤਿਕਾਰ ਦੀ ਹੱਕ ਤੱਕ ਅੱਪੜ ਕੇ ਮਾਂ ਧੀ ਸੱਸ ਨੂੰਹ ਦਾ ਸੰਬੰਧ ਬਣ ਗਿਆ। ਦੋਵੇਂ ਜ਼ਮਾਨੇ ਦੀਆਂ ਸਤਾਈਆਂ ਸਨ ਤੇ ਦੋਹਾਂ ਨੂੰ ਮੋਹ ਦੀ ਜ਼ਰੂਰਤ ਸੀ। ਉਜੜੇ ਘਰ ਦੀ ਬਹਾਲੀ ਲਈ ਅਜਿਹਾ ਕਰ ਲੈਣਾ ਵਕਤ ਦੀ ਜ਼ਰੂਰਤ ਸੀ। ਭੋਗ ਪੈਣ ਤੋਂ ਬਾਅਦ ਦਰਸ਼ੀ ਮਲਕਪੁਰ ਗੇੜਾ ਮਾਰਨ ਨਾ ਆਇਆ। ਸਾਧੂ ਸਤਨਾਮੀ ਆਉਂਦੇ ਰਹੇ। ਜਲਕੌਰ ਨੇ ਸਤਨਾਮ ਤੋਂ ਜਾਣਨ ਦੀ ਕੋਸ਼ਿਸ਼ ਕੀਤੀ, ਕੁੜੇ ਨੂੰ ਇਹ ਦਰਸ਼ੀ ਨੂੰ ਕੀ ਹੋ ਗਿਆ ਜਿਹੜਾ ਹੁਣ ਕਦੇ ਕੋਈ ਗੇੜਾ ਹੀ ਨਹੀਂ ਮਾਰਿਆ? ਭੂਆ ਜੀ, ਅਸੀਂ ਤਾਂ ਕਈ ਵਾਰ ਆਖਿਆ ਵੀ ਮਲਕਪੁਰ ਹੋ ਆਇਆ ਕਰ, ਲੱਗਦਾ ਗੱਲ ਟਾਲ ਜਾਂਦਾ ਹੈ। ਆਖਦਾ ਨਹੀਂ ਭਾਬੀ, ਤੁਸੀਂ ਹੋ ਆਓ। ਸਾਬੀ ਹੁੰਦੇ ਹੋਰ ਗੱਲ ਸੀ, ਹੁਣ ਮੇਰ ਕੱਲੀ ਰਹਿ ਗਈ। ਮੇਰਾ ਜਾਣਾ ਕੁਛ ਠੀਕ ਨਹੀਂ ਲੱਗਦਾ, ਸਤਨਾਮ ਨੇ ਦਰਸ਼ਨ ਦਾ ਪੱਖ ਪੂਰਦਿਆਂ ਦੱਸਿਆ। ਹਾਂ ਕੁੜੇ ਸੱਤੀ, ਇਹ ਦਰਸ਼ੀ ਐਡਾ ਸਿਆਣਾ ਕਦੋਂ ਦਾ ਹੋ ਗਿਆ ਵੀ ਜ਼ਮਾਨੇ ਦੇ ਡਰੋਂ ਭੂਆ ਨੂੰ ਵੀ ਭੁੱਲ ਜਾਵੇ। ਕੋਈ ਗੱਲ ਨਹੀਂ, ਆਉਣ ਦੇ ਕਦੇ, ਜੇ ਸਮਾਰ ਕੇ ਜੁੱਤੀਆਂ ਨਾਲ ਲਾਈਆਂ ਵੱਡੇ ਦਾਨੇ ਦੇ। ਭੂਆ ਨੇ ਪੇਕੇ ਘਰ ਤੇ ਆਪਣੀ ਜ਼ੋਰ ਦਿਖਾਉਂਦਿਆਂ ਆਪਣਾ ਪਿਆਰ ਦਿਖਾਇਆ। ਮੇਰ ਚੁੱਪਚਾਪ ਜਲਕੌਰ ਦੀਆਂ ਗੱਲਾਂ ਸੁਣਦੀ ਰਹੀ, ਸੋਚਦੀ ਰਹੀ ਕਿ ਇਹ ਉਹੀਓ ਬੁੜੀ ਹੈ ਜਿਹੜੀ ਦਰਸ਼ਨ ਦੇ ਆਉਣ ਤੇ ਸਾਡੇ ਉੱਪਰ ਕਰੜੀ ਨਿਗਰਾਨੀ ਕਰਦੀ ਹੁੰਦੀ ਸੀ। ਅੱਜ ਬੇਸ਼ੱਕ ਹੋ ਕੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਮੇਰ ਨੂੰ ਦਾਲ 'ਚ ਕੁਝ ਕਾਲਾ ਲੱਗਿਆ। ਜਲਕੌਰ ਹੁਣ ਸੋਚਣ ਲੱਗ ਪਈ ਸੀ, ਕੀ ਦੇਖਿਆ ਇਸ ਭੋਰਾ ਭਰ ਕੁੜੀ ਨੇ? ਸੁਹਾਗਣ ਤਾਂ ਕਦੇ ਬਣੀ ਨਹੀਂ, ਮੁੰਡਨ ਡੇਪਾ ਕਾਹਦਾ? ਆਪਣੇ ਕੰਤ ਨੂੰ ਖਿੜੀ ਚਾਨਣੀ 'ਚ ਚਾਵਾਂ ਭਰਿਆ ਪਿਆਰ ਵਗੁੱਤਾ ਸਰੀਰ ਸਮਰਪਣ ਕਰਕੇ ਦੋ ਦਿਲ ਇੱਕ ਜਾਨ ਬਣ ਜਾਣਾ ਹੋਰ ਗੱਲ ਹੁੰਦੀ ਹੈ। ਜੋਰੀ ਉਧਾਲ ਕੇ ਉਤਸ਼ਾਹ ਰਹਿਤ ਮੁਰਦਾ ਸਰੀਰ ਤੇ ਖੇ ਖਾ ਲੈਣਾ ਹੋਰ ਗੱਲ। ਇਸ ਨੁਕਤੇ ਉੱਪਰ ਆ ਕੇ ਜੱਲੋ ਨੂੰ ਮੇਰ ਦਾ ਦੁੱਖ ਆਪਣਾ ਜਿਹਾ ਲੱਗਣ ਲੱਗ ਪਿਆ। ਉਹ ਚਾਹੁਣ ਲੱਗ ਪਈ ਕਿ ਦਰਸ਼ਨ ਆਇਆ ਕਰੇ। ਦਿਓਰ ਭਾਬੀ ਵਿਚਕਾਰ ਹੱਸਾ ਠੱਠਾ ਚਾਹ ਲਾਡ ਬੇਸ਼ੱਕ ਚੱਲ ਪੈਣ। ਉਹਨੇ ਮੇਰ ਕੋਲ ਰਮਜ਼ ਮਾਰ ਕੇ ਦੇਖੀ ਨਹੀਂ ਅੱਜ ਮੇਰ ਕਦੇ ਦਰਸ਼ਨ ਨਹੀਂ ਆਇਆ ਕਿਤੇ ਤਾਂ ਤੈਂ ਤਾਂ ਨਹੀਂ ਆਖਦਾ ਕੁਛ? ਮਾਂ ਜੀ, ਤੁਹਾਡਾ ਲਾਡਲਾ ਭਤੀਜਾ, ਮੈਂ ਕਿਸੇ ਨੂੰ ਕੁਝ ਆਖਣ ਵਾਲੀ ਕੌਣ ਹੁੰਦੀ ਆ? ਜਲਕੌਰ ਇਸ ਵਿੱਚ ਵਿਚਾਲੇ ਅਸਪਸ਼ਟ ਉੱਤਰ ਉੱਪਰ ਝੁੰਝਲਾ ਗਈ। ਕੀ ਅੰਦਾਜ਼ਾ ਲਾਇਆ ਜਾਏ ਕਿ ਬਹੂ ਕੀ ਸੋਚਦੀ ਹੈ? ਕਹਾ ਇੱਕ ਦੋ ਵਾਰ ਦਰਸ਼ਨ ਆਇਆ ਵੀ। ਭੂਆ ਨੂੰ ਮੱਥਾ ਟੇਕਿਆ, ਮੇਰ ਨੂੰ ਦੁਆ ਸਲਾਮ ਕੀਤੀ, ਚੰਦੂ ਨੂੰ ਪਿਆਰ ਕੀਤਾ, ਖਬਰ ਸੁਨੇਹਾ ਲਿਆ, ਚਲਾ ਗਿਆ। ਉਹਦੀ ਗੁਫ਼ਤਗੂ ਤੇ ਵਿਹਾਰ ਪੂਰੀ ਤਰ੍ਹਾਂ ਨਪਿਆ ਤੁਲਿਆ ਹੁੰਦਾ ਤੇ ਮਨ ਪੂਰਾ ਸਾਧਿਆ ਹੁੰਦਾ। ਪ੍ਰੀਤੋ ਦੀ ਮੌਤ ਨੇ ਤੇ ਜ਼ਮਾਨੇ ਦੀਆਂ ਠੋਕਰਾਂ ਨੇ ਕਾਫੀ ਸਿਆਣਾ ਦੁਨੀਆਦਾਰ ਬਣਾ ਦਿੱਤਾ ਸੀ। ਮੋਏ ਮਿੱਤਰਾਂ ਦੇ ਸਿਵੇ ਤੇ ਬੈਠ ਕੇ ਹੰਝੂ ਵਹਾਉਣ ਦੇ ਨਾਲ ਲੋਕਾਂ 'ਚ ਰਮ ਕੇ ਰਹਿਣ ਦੀ ਆਦਤ ਬਣ ਜਾਏ ਤਾਂ ਚੰਗਾ ਹੁੰਦਾ ਹੈ। ਲਿਹਾਜ਼ਾ ਉਹ ਵਾਪਸ ਜੀਵਨ ਵੱਲ ਪਰਤ ਰਿਹਾ ਸੀ। ਤੈਨੂੰ ਕੀ ਬਖਤੌਰਾ ਤਾਰੂ ਨੀ ਬੱਕਰੀ ਦਾ ਦੁੱਧ ਗਰਮੀ। ਪਾਠ 23। ਮਾਹੀ ਨੂੰ ਸਾਹਿਬ ਦੇ ਕਤਲ ਹੋਣ ਦਾ ਪਤਾ ਲੱਗਾ। 2-3 ਵਾਰ ਸੁਲਤਾਨਪੁਰ ਜਾਣਾ ਪਿਆ। ਸਾਹਿਬ ਸਿੰਘ ਦੀ ਮੌਤ ਦਾ ਕੋਈ ਰੰਜ ਨਹੀਂ ਸੀ। ਰੰਜ ਆਪਣਿਆਂ ਦੇ ਤੁਰ ਜਾਣ ਦਾ ਹੁੰਦਾ ਹੈ। ਉਮੇਰ ਦਾ ਕੁਝ ਨਹੀਂ ਤਾਂ ਉਹਦਾ ਕੀ ਲੱਗਿਆ? ਇੱਥੇ ਲੋਕ ਲਿਹਾਜ਼ ਰੱਖਣ ਵਾਲੀ ਗੱਲ ਉੱਕਾ ਨਹੀਂ ਸੀ। ਅਸਲ 'ਚ ਉਹ ਆਪਣੀ ਛੋਟੀ ਭੈਣ ਦੀ ਅਸਲ ਮਨੋਅਵਸਥਾ ਨੂੰ ਸਮਝਣ ਗਈ ਸੀ। ਤਸੱਲੀ ਹੋਈ ਕਿ ਉਹ ਇਸੇ ਘਰ 'ਚ ਰਹਿਣਾ ਚਾਹੁੰਦੀ ਹੈ। ਵਸੇਬਾ ਸੰਭਵ ਹੈ, ਭਵਿੱਖ ਸੁਰੱਖਿਅਤ। ਪਰੇਸ਼ਾਨ ਇਸ ਗੱਲੋਂ ਸੀ ਕਿ ਲੋਕ ਉਹਨੂੰ ਸਾਬੀ ਦੀ ਵਿਧਵਾ ਕਿਉਂ ਆਖਣ, ਜਦੋਂ ਕਿ ਕੋਈ ਸੁਹਾਗਰਾਤ ਉਹਦੇ ਹਿੱਸੇ 'ਚ ਨਹੀਂ ਸੀ। ਰੰਡੀ ਸ਼ਬਦ ਉਹਨੂੰ ਹਰਗਿਜ਼ ਗਵਾਰਾ ਨਹੀਂ ਸੀ। ਚਾਹੁੰਦੀ ਸੀ ਕਿ ਕੋਈ ਆਵੇ ਜੋ ਉਹਨੂੰ ਆਪਣੇ ਨਾਂ ਦੇਵੇ, ਆਪਣੀ ਪਛਾਣ ਦੇਵੇ, ਪਿਆਰ ਨਾਲ ਝੋਲੀ ਭਰ ਦੇ।
ਇਸੇ ਆਸਰੇ ਮੇਰ ਕੋਈ ਖੁਸ਼ੀ ਦੀ ਔਧ ਮਾਣ ਲਵੇ। ਉਮੀਦ ਮਨੁੱਖ ਲਈ ਪ੍ਰੇਰਨਾ ਬਣਦੀ ਹੈ ਤੇ ਬੇਉਮੀਦਾ ਮਨ ਵਿਗਸ ਨਹੀਂ ਸਕਦਾ। ਉਮੀਦ ਪਾਲਣ ਲਈ ਜੀਵਨ ਰਾਹ 'ਚੋਂ ਕਰੜੀਆਂ ਚੀਜ਼ਾਂ ਪਰੇ ਹਟਾਉਣੀਆਂ ਪੈਂਦੀਆਂ, ਨਰਮ ਮਲਮਲੀ ਗਲੀਚਾ ਵਿਛਾਉਣਾ ਪੈਂਦਾ। ਸੁਪਨਿਆਂ ਦੇ ਰੰਗਲੇ ਮਹਿਲ ਦੀ ਸੇਜਾ ਉੱਪਰ ਬਹਿ ਕੇ ਮਨਪ੍ਰੀਤ ਦੀ ਬੇਸਬਰੀ ਨਾਲ ਉਡੀਕ ਕਰਨੀ ਪੈਂਦੀ ਹੈ। ਤਨ ਮਨ ਘੋਲ ਘੁਮਾਉਣ ਲਈ ਆਪਾ ਖੋਣਾ ਪੈਂਦਾ। ਜਾਣਨ ਵਾਲੀ ਗੱਲ ਇਹ ਸੀ ਕਿ ਮੇਰੇ ਅੰਦਰ ਧੜਕਦਾ ਦਿਲ ਬਚਿਆ, ਦੁੱਖ ਭੁਲਾ ਕੇ ਖੁਸ਼ੀ ਮਾਨਣ ਦੀ ਤਾਂਘ ਬਰਕਰਾਰ ਹੈ। ਮੇਹਰ ਦਾ ਮਾਹੀ ਕੋਲੋਂ ਪਰਦਾ ਨਹੀਂ ਸੀ, ਬਹੁਤੀ ਪੁੱਛ ਪੜਤਾਲ ਦੀ ਲੋੜ ਨਾ ਪਈ। ਮੇਹਰ ਖੁੱਲ੍ਹ ਕੇ ਜਿਉਣਾ ਚਾਹੁੰਦੀ ਸੀ। ਜਲਕੌਰ ਨੇ ਵੀ ਉਹਨੇ ਖੁੱਲ੍ਹੇ ਦਿਲ ਹੁੰਗਾਰਾ ਭਰ ਦਿੱਤਾ। ਗੱਲਾਂ ਗੱਲਾਂ 'ਚ ਗੱਲ ਦਰਸ਼ੀ ਉੱਪਰ ਆ ਕੇ ਅਟਕ ਗਈ। ਸਾਰਿਆਂ ਨੇ ਦਰਸ਼ਨ ਨੂੰ ਘੇਰਨ ਦਾ ਮਨ ਬਣਾ ਲਿਆ। ਇਸ ਕੰਮ ਲਈ ਸਾਧੂ ਤੇ ਸੱਤੀ ਤੋਂ ਮਦਦ ਲਈ ਜਾ ਸਕਦੀ ਸੀ। ਦਰਸ਼ੀ ਵੀ ਆਮ ਮਨੁੱਖਾਂ ਵਰਗਾ ਮਨੁੱਖ ਸੀ, ਦਿਲ ਵਾਲਾ ਸੀ, ਕੋਮਲ ਭਾਵਨਾਵਾਂ ਤੋਂ ਸਖਣਾ ਨਹੀਂ ਸੀ। ਦੁੱਖ ਦੀ ਰਗ ਕੇਵਲ ਪ੍ਰੀਤੋ ਸੀ। ਕੋਈ ਹੋਰ ਕੋਮਲ ਹੱਥਾਂ ਦੀ ਛੋਹ ਇਹਨਾਂ ਜ਼ਖਮਾਂ ਨੂੰ ਸਹਿਲਾਵੇ, ਪਿਆਰ ਦਾ ਠੰਡਾ ਫੇਹਾ ਧਰੇ ਤਾਂ ਕੋਈ ਗੱਲ ਨਹੀਂ ਸੀ ਕਿ ਮਿੱਠਾ ਜਜ਼ਬਾਤੀ ਰਿਸ਼ਤਾ ਨਾ ਬਣ ਸਕਦਾ ਹੋਵੇ। ਕਈ ਦਿਨ ਦਰਸ਼ਨ ਨੂੰ ਉਡੀਕਿਆ, ਉਹ ਨਾ ਆਇਆ। ਅੱਗੇ ਤਾਂ ਕਦੇ ਇੰਨੀ ਉਡੀਕ ਨਹੀਂ ਕਰਵਾਈ। ਚਲੋ ਇਸ ਬਹਾਨੇ ਮਲਕਪੁਰ ਵੇਖ ਆਵਾਂਗੇ। ਭਰਾ ਭਰਜਾਈ ਦੀ ਬੜੀ ਵਡਿਆਈ ਕਰਦਾ ਰਹਿੰਦਾ। ਉਹਨਾਂ ਦੇਵਤਾ ਪੁਰਸ਼ਾਂ ਦੇ ਦਰਸ਼ਨ ਕਰ ਆਵਾਂਗੇ। ਆਖਦਿਆਂ ਤਿਆਰੀ ਕਰ ਲਈ। ਇੱਕ ਝਿਜਕ ਜਈ ਨੇ ਥੋੜਾ ਟੋਕਿਆ। ਦਰਸ਼ਨ ਦੇ ਘਰ ਵਾਲੇ ਪੁੱਛਣਗੇ ਕੌਣ ਹੈ? ਪਤਾ ਨਹੀਂ ਦਰਸ਼ੀ ਨੇ ਮੇਰੇ ਬਾਰੇ ਕੁਝ ਦੱਸਿਆ ਵੀ ਹੈ ਜਾਂ ਨਹੀਂ। ਜੇ ਨਹੀਂ ਦੱਸਿਆ ਆਪਾਂ ਨੂੰ ਤੇ ਆਪਾਂ ਕਿਹੜਾ ਵਕਤ ਚੋਰ ਹਾਂ। ਆਪੇ ਜਾਣ ਪਛਾਣ ਕਰਵਾ ਦੇਵਾਂਗੇ। ਦੱਸ ਦੇਵਾਂਗੇ ਕਿ ਮੈਂ ਮੇਰ ਦੀ ਭੈਣ ਦਾ ਦਰਸ਼ੀ ਦਾ ਦੋਸਤ ਹਾਂ। ਮੈਂ ਮੇਰ ਦੀ ਭੈਣ ਹਾਂ, ਦਰਸ਼ੀ ਦੀ ਦੋਸਤ ਹਾਂ। ਜਾਣ ਦੀ ਸਲਾਹ ਕਰ ਰਹੀ ਸੀ ਕਿ ਅਚਾਨਕ ਦਰਸ਼ਨ ਆ ਟਪਕਿਆ। ਜੀਪ ਦੀ ਆਵਾਜ਼ ਸੁਣਦਿਆਂ ਮਾਹੀ ਨੇ ਬਾਹਰਲੇ ਬਾਰ ਤੱਕ ਦੀ ਦੂਰੀ 4 ਦੁੜਕੀਆਂ 'ਚ ਪੂਰੀ ਕਰ ਲਈ। ਹੱਸ ਕੇ ਮਿਲੀ। ਸ਼ੈਤਾਨ ਨੂੰ ਯਾਦ ਕੀਤਾ। ਸ਼ੈਤਾਨ ਹਾਜ਼ਰ ਹੈ। ਮੈਂ ਸ਼ੈਤਾਨ ਕਿੱਦਾਂ ਹੋਇਆ? ਕਿਹੜੀ ਸ਼ੈਤਾਨੀ ਕੀਤੀ ਤੇਰੇ ਨਾਲ? ਦਰਸ਼ਨ ਮਾਹੀ ਦਾ ਹੱਥ ਫੜ ਕੇ ਵਣ ਦੀ ਛਾਂ ਹੇਠਾਂ ਵੱਲ ਤੁਰ ਪਿਆ। ਮਾਹੀ ਮੰਜੀ ਡਾਉਣ ਲੱਗੀ। ਦਰਸ਼ਨ ਨੇ ਰੋਕ ਦਿੱਤੀ। ਛੇਤੀ ਮੁੜਨਾ। ਛੇਤੀ ਕਿਉਂ? ਆਖਦਿਆਂ ਮੰਜੀ ਡਾਹਤੀ। ਸ਼ੈਤਾਨ ਦਾ ਭਲੀ ਤੀਵੀਂ ਦੇ ਘਰ ਰੋਕਣ ਦਾ ਕੀ ਕੰਮ? ਦਰਸ਼ਨ ਟਿੱਚਦੇ ਰੌਂਦ ਸੀ। ਅੱਛਾ ਤਾਂ ਗੁੱਸੇ ਹੋ ਗਿਆ ਮੇਰੇ ਛੋਟੇ ਜਿਹੇ ਮਖੌਲ ਉੱਪਰ। ਤੁਸੀਂ ਆਦਮੀ ਜਿਹੜੇ ਤੀਵੀਆਂ ਨਾਲ ਵੱਡੇ ਵੱਡੇ ਮਜ਼ਾਕ ਕਰਕੇ ਅੱਧਮੋਈਆਂ ਕਰਕੇ ਸੁੱਟ ਜਾਂਦੇ ਹੋ, ਉਹ ਆ ਕੇ ਮਾਹੀ ਅੱਖਾਂ ਭਰ ਆਈ। ਨਿਢਾਲ ਜੀ ਹੋ ਕੇ ਪਰੇ ਖਲੋ ਗਈ। ਦਰਸ਼ਨ ਨੇ ਆਪਣੀਆਂ ਦੋਵੇਂ ਬਾਹਾਂ ਵਿੱਚ ਮਾਹੀ ਦਾ ਸਿਰ ਲੈ ਕੇ ਆਪਣੀ ਛਾਤੀ ਨਾਲ ਲਾ ਲਿਆ। ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਦਰਸ਼ਨ ਭਾਵਨਾ ਅਧੀਨ ਵਹਿ ਤੁਰਿਆ। ਮਾਹੀ ਦੇ ਜਿਸਮ ਦੀ ਛੋਹ ਨਾਲ ਅਜੀਬ ਜਿਹਾ ਅਹਿਸਾਸ ਮਹੀਨ ਤਰੰਗਾਂ ਬਣ ਕੇ ਤਨ ਮਨ 'ਚ ਪਸਰ ਗਿਆ। ਪਤਾ ਨਹੀਂ ਲੱਗਾ ਕਦੋਂ ਮਾਹੀ ਉਹਦੀਆਂ ਬਾਹਾਂ ਦੇ ਘੇਰੇ 'ਚੋਂ ਨਿਕਲ ਕੇ ਅੰਦਰੋਂ ਪਾਣੀ ਲੈਣ ਚਲੀ ਗਈ ਸੀ। ਇਸ ਇਤਫਾਕ ਨੂੰ ਕੀ ਨਾਂ ਦਿੱਤਾ ਜਾ ਸਕਦਾ ਸੀ, ਕੁਝ ਨਹੀਂ ਕਹਿ ਸਕਦੇ। ਪਾਣੀ ਦਾ ਗਲਾਸ ਫੜਾ ਰਹੀ ਮਾਹੀ ਦੇ ਹੱਥ ਕੰਬ ਰਹੇ ਸਨ। ਦਰਸ਼ਨ ਇੱਕ ਟੱਕ ਮਾਹੀ ਵੱਲ ਵੇਖ ਰਿਹਾ ਸੀ। ਮਾਹੀ ਦੀਆਂ ਝੁਕੀਆਂ ਪਲਕਾਂ ਲਗਭਗ ਬੰਦ ਹੋ ਚਲੀਆਂ। ਦਰਸ਼ਨ ਨੇ ਗਲਾਸ 'ਚੋਂ ਪਾਣੀ ਦੀ ਚੂਲੀ ਭਰ ਕੇ ਮਾਹੀ ਦੇ ਚਿਹਰੇ ਤੇ ਛਿੜਕਦੀ। ਮਾਹੀ ਸੰਗ ਕੇ ਇੱਕ ਵਾਰ ਫਿਰ ਕੋਠੜੀ ਵੱਲ ਭੱਜ ਗਈ। ਪਤਾ ਨਹੀਂ ਕੀ ਲੁਕਣ ਮੀਚੀ ਸੀ ਜੋ ਦੋਹਾਂ ਨੂੰ ਦੌੜਾਈ ਜਾ ਰਹੀ ਸੀ। ਅੱਜ ਮੇਰਾ ਭਰਮ ਟੁੱਟ ਗਿਆ, ਮੇਰਾ ਹੱਠ ਭੰਗ ਹੋ ਗਿਆ। ਮੈਂ ਸ਼ੈਤਾਨ ਤਾਂ ਭਾਵੇਂ ਨਹੀਂ, ਪਰ ਔਰਤਾਂ ਪ੍ਰਤੀ ਰੁੱਖੇਪਣ ਦਾ ਦੋਸ਼ੀ ਜ਼ਰੂਰ ਹਾਂ। ਪ੍ਰੀਤੋ ਮੇਰੇ ਲਈ ਰੱਬ ਸੀ। ਆਪਣੇ ਰੱਬ ਦੇ ਰੁੱਸ ਜਾਣ ਤੇ ਮੈਂ ਸਖਤ ਦਿਲ ਲਈ ਫਿਰਦਾ ਰਿਹਾ ਹਾਂ। ਮੈਂ ਮਰਨਾ ਚਾਹੁੰਦਾ ਸੀ ਪਰ ਮਰ ਨਾ ਸਕਿਆ। ਲੱਗਦਾ ਜਿਉਂਦੇ ਰਹਿਣ ਦੀ ਇੱਛਾ ਨੇ ਅਜਿਹਾ ਨਹੀਂ ਹੋਣ ਦਿੱਤਾ। ਤੇਰੀ ਦੋਸਤੀ, ਭਰਾ ਭਰਜਾਈ ਦੇ ਪਿਆਰ ਸਦਕਾ ਤਾਜ਼ੀ ਹਵਾ ਮਿਲਦੀ ਰਹੇ ਤੇ ਮੇਰੇ ਸਾਹ ਚੱਲਦੇ ਰਹੇ। ਹੁਣ ਸੋਚਦਾ ਹੋਰ ਜਿਉਂ ਲੈਣ ਵਿੱਚ ਕੀ ਹਰਜ਼ ਹੈ। ਦਰਸ਼ਨ ਦੀਆਂ ਉਗੜ ਦੁਗੜੀਆਂ ਗੱਲਾਂ ਸੁਣ ਕੇ ਮਾਹੀ ਸਮਝ ਗਈ ਕਿ ਦਰਸ਼ੀ ਬਾਹਰੋਂ ਜਿਹੋ ਜਿਹਾ ਮਰਜ਼ੀ ਵਿਖਾਈ ਦੇਵੇ, ਅੰਦਰੋਂ ਪਿਆਰ ਦਾ ਹੱਦੋਂ ਵੱਧ ਭੁੱਖ ਹੈ। ਮੋਹ ਹਰ ਜਿਉਂਦੇ ਜੀ ਦੀ ਕਮਜ਼ੋਰੀ ਹੁੰਦੀ ਹੈ। ਮਾਹੀ ਖੁਦ ਕਿਸੇ ਆਪਣੇ ਕਹੇ ਜਾਣ ਵਾਲੇ ਪਿਆਰ ਨੂੰ ਤਰਸ ਰਹੀ ਸੀ। ਉਸ ਅੰਦਰਲੀ ਤੀਵੀਂ ਸਾਮਰ ਤੱਕ ਜਿਉਂਦੀ ਸੀ। ਬਲਾਤਕਾਰਾਂ ਦੀ ਪੀੜਾ ਭੁਲਾ ਕੇ ਦਿਲਾਂ ਵੱਟੇ ਦਿਲ ਲੈਣ ਦਾ ਸੌਦਾ ਕਰ ਸਕਦੇ ਸੀ, ਬਸ਼ਰਤੇ ਕੋਈ ਗੱਠ ਦਾ ਪੂਰਾ ਵਪਾਰੀ ਟੱਕਰ ਜਾਂਦਾ ਹੈ। ਕੀ ਖਾਏਗਾ? ਰੋਟੀ? ਛੇਤੀ ਦੇਣੇ ਸੇਕ ਦੇ ਦੋ ਚਾਰ ਰੋਟੀਆਂ। ਮੈਂ ਹਾਲੇ ਵੈਦ ਬਾਬੇ ਕੋਲ ਹੋ ਕੇ ਜਾਣਾ।
ਦਰਸ਼ਨ ਨੇ ਕਾਹਲ ਕੀਤੀ। ਮਾਹੀ ਨੇ ਵੇਸਣੇ ਆਟੇ 'ਚ ਗੰਢੇ ਕੁੱਟ ਕੇ ਪਾ ਲਏ। ਲੂਣ ਮਿਰਚ ਦੇ ਨਾਲ ਦੇਸੀ ਘਿਓ ਦਾ ਮੌਨ ਰਲਾ ਕੇ ਲੁੱਸ-ਲੁੱਸ ਕਰਦੀਆਂ ਪਾਣੀ ਹੱਥੀਆਂ ਰੋਟੀਆਂ ਪਕਾ ਲਈਆਂ। ਅੰਬ ਮਿਰਚਾਂ ਦੇ ਅਚਾਰ ਨਾਲ ਥਾਲੀ ਦਰਸ਼ਨ ਮੂਹਰੇ ਪਰੋਸਤੀ। ਦੁੱਧ ਦੀ ਗੜਵੀ ਨਾਲ ਖਾਲੀ ਕੌਲ ਰੱਖ ਦਿੱਤਾ। ਦਰਸ਼ਨ ਨੇ ਗੜਵੀ 'ਚੋਂ ਦੁੱਧ ਦੇ ਛਿੱਟੇ ਧਰਤੀ ਉੱਤੇ ਛਿਟਕ ਕੇ ਮੱਥਾ ਟੇਕਣ ਦੀ ਮੁਦਰਾ ਬਣਾਈ ਤੇ ਰੋਟੀ ਖਾਣ ਲੱਗ ਪਿਆ। ਮਾਹੀ ਰੀਝ ਨਾਲ ਦਰਸ਼ਨ ਵੱਲ ਦੇਖ ਰਹੀ ਸੀ। ਕਿੰਨਾ ਪਿਆਰਾ ਮੁੰਡਾ ਹੈ, ਭਾਗਾਂ ਵਾਲੀ ਹੋਊ ਜਿਹੜੀ ਇਹਦੇ ਲੜ ਲੱਗੂ। ਸੋਚਦੀ ਹੋਰ ਰੋਟੀ ਲਿਆਉਣ ਲਈ ਉੱਠ ਖਲੋਤੀ। ਨਹੀਂ ਹੋਰ ਰੋਟੀ ਨਹੀਂ ਲੈਣੀ, ਪਹਿਲਾਂ ਹੀ ਜ਼ਿਆਦਾ ਖਾ ਗਿਆ। ਸਵਾਦ ਬਹੁਤ ਲੱਗੀ। ਮਾਹੀ ਨੇ ਮੱਲੋ ਜ਼ੋਰੀ ਇੱਕ ਰੋਟੀ ਥਾਲੀ 'ਚ ਰੱਖ ਦਿੱਤੀ। ਚੰਗਾ ਹੁਣ ਆਗਿਆ ਦੇ। ਰੋਟੀ ਖਾ ਹਟਣ ਮਗਰੋਂ ਦਰਸ਼ਨ ਜਾਣ ਲਈ ਉੱਠਿਆ। ਕਿਵੇਂ ਆਇਆ ਸੀ, ਕੋਈ ਕੰਮ? ਮਾਹੀ ਨੇ ਜਾਣਨਾ ਚਾਹਿਆ। ਬਾਬੇ ਤੱਕ ਆਇਆ ਸੀ, ਸੋਚਿਆ ਤੇਰੇ ਦੀਦਾਰ ਕਰ ਚੱਲਾਂ। ਇੱਥੇ ਤਾਂ ਦੀਦਾਰ ਨਾ ਰਹਿ ਕੇ ਦੀਦਾਰੇ ਹੋ ਗਏ। ਚਿੱਤ ਨਿਹਾਲ ਹੋ ਗਿਆ ਤੈਨੂੰ ਦੇਖ ਕੇ। ਇੰਨਾ ਆਖਦਾ ਦਰਸ਼ਨ ਜੀਪ ਦੀ ਸੀਟ ਉੱਪਰ ਜਾ ਬੈਠਾ। ਚੰਗਾ ਫੇਰ ਆਈ ਥੋੜਾ ਵੇਲਾ ਕੱਢ ਕੇ, ਢੇਰ ਸਾਰੀਆਂ ਗੱਲਾਂ ਕਰਨੀਆਂ ਨੇ ਤੇਰੇ ਨਾਲ। ਮਾਹੀ ਨੇ ਫੇਰ ਆਉਣ ਦੀ ਤਾਕੀਦ ਕੀਤੀ। ਲੋਡੇ ਵੇਲੇ ਮਾਹੀ ਕੁਟੀਆ ਗਈ। ਬਾਬਾ ਜੀ ਦਰਸ਼ਨ ਆਇਆ ਸੀ। ਹਾਂ, ਕਿਵੇਂ? ਥੋੜਾ ਢਿੱਲਾ ਸੀ, ਦਵਾਈ ਲੈ ਕੇ ਚਲਾ ਗਿਆ। ਕਿਤੇ ਜਾਂਦਾ ਹੈ, ਢਿੱਲਾ ਤਾਂ ਨਹੀਂ? ਕਿਤੇ ਜ਼ਿਆਦਾ ਢਿੱਲਾ ਤਾਂ ਨਹੀਂ? ਮਾਈ ਦੀ ਘਬਰਾਹਟ ਸਾਫ਼ ਦਿਸ ਰਹੀ ਸੀ। ਐਸੀ ਕੋਈ ਗੱਲ ਨਹੀਂ, ਦਵਾਈ ਦਿੱਤੀ ਹੈ, ਲੱਗਦਾ ਛੇਤੀ ਠੀਕ ਹੋ ਜਾਏਗਾ। ਮਾਹੀ ਦੀ ਬਾਬੇ ਦੀਆਂ ਗੱਲਾਂ ਵਿੱਚ ਤਸੱਲੀ ਨਾ ਹੋਈ। ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ 'ਚ ਰੜ ਕੇ ਆਪਣੀ ਬੇਚੈਨੀ ਵਧਾਉਂਦੀ ਚਲੀ ਗਈ। ਦਰਸ਼ਨ ਦੀ ਇੱਛਾ ਨੇ ਉੱਬੜ ਚੰਡੀ ਲਾਤੀ। ਰਾਤ ਮਸਾਂ ਲੰਘੀ। ਮੂੰਹ ਨੇਰੇ ਦਰਸ਼ਨ ਦੀ ਖਬਰ ਸਾਰ ਲੈਣ ਵਾਸਤੇ ਦੌੜ ਪਈ। ਆਟਾ ਮੇਰਾ ਗੁੰਨਿਆ ਪਿਆ ਸੀ, ਦਾਲ ਪਈ ਸੀ ਘੋਟੀ, ਅੱਗ ਮਚਾ ਕੇ ਤਵਾ ਸੀ ਧਰਿਆ, ਪੱਕਣ ਵਾਲੀ ਸੀ ਰੋਟੀ, ਜਾਦੂ ਵਿਗੜ ਗਿਆ, ਅਕਲ ਹੋ ਗਈ ਮੋਟੀ। ਧੰਨਵਾਦ।